ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਈ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਜੁਗੋ ਜੁਗ ਅਟਲ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰਪਾਰ ਅਜ਼ਮਤ ਬਖਸ਼ਿਸ਼, ਚੜ੍ਹਦੀ ਸਵੇਰ ਸੰਗਤ ਦੇ ਪਲ ਸਾਨੂੰ ਪ੍ਰਾਪਤ ਹੋਏ ਨੇ। ਪਾਵਨ ਗੁਰਸਥਾਨ ਤੋਂ ਸਵੇਰ ਸਮੇਂ ਦੇ ਚੱਲ ਰਹੇ ਦੀਵਾਨ ਵਿੱਚ ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਹੋਇਆ। ਅਰਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦਾ ਪਵਿੱਤਰ ਪਾਵਨ ਗੁਰਵਾਕ ਗੁਰਬਚਨ ਗਿਆਨੀ ਜੀ ਨੇ ਸਾਨੂੰ ਸਰਵਨ ਕਰਵਾਇਆ ਹੈ। ਬਾਣੀ ਸਰੂਪ ਵਿੱਚ ਆਪ ਨੇ ਹੁਕਮ ਸੁਣ ਲਿਆ ਹੈ। ਹੁਣ ਅਗਲੇ ਬਣਦੇ ਸਮੇਂ ਵਿੱਚ ਇਹਨਾਂ ਬਚਨਾਂ ਦੀ ਅਸੀਂ ਵਿਵੇਚਨਾ ਕਰਾਂਗੇ। ਆਓ ਜਿਤਨੇ ਕੁ ਜੀ ਹਾਜ਼ਰ ਹੋ, ਮਰਿਆਦਿਤ ਢੰਗ ਦੇ ਨਾਲ ਗੁਰਵਾਕਾਂ ਦੀ ਤਕਰੀਰ ਪ੍ਰਾਰੰਭ ਕਰੀਏ। ਸਭ ਪ੍ਰੇਮ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਗੁਰਵਾਕ ਰਾਗ ਵਡਹੰਸ ਵਿੱਚੋਂ ਆ ਰਿਹਾ ਹੈ। ਮਹਲਾ ਪੰਜਵਾਂ। ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ ਇਸ ਬਚਨ ਨੂੰ ਉਚਾਰ ਰਹੇ ਨੇ। ਸ਼ਬਦ ਬਹੁਤ ਹੀ ਛੋਟ ਆਕਾਰੀ ਹੈ, ਮਾਤਰ 2 ਬੰਦਾਂ ਦਾ ਵਾਕ ਹੈ। ਰਹਾਉ ਦੇ ਪਦੇ ਤੋਂ ਵਿਚਾਰ ਪ੍ਰਾਰੰਭ ਕਰ ਰਹੇ ਹਾਂ। ਗੁਰਦੇਵ ਜ਼ਿਕਰ ਕਰਦੇ ਨੇ, ਤੂੰ ਅਚਰਜ ਕੁਦਰਤ ਤੇਰੀ ਬਿਸਮਾ। ਰਹਾਉ, ਤੂੰ ਅਚਰਜ ਕੁਦਰਤ ਤੇਰੀ ਬਿਸਮਾ। ਸਾਰੇ 3 ਵਰਡ ਨੇ, ਪਰ ਤਿੰਨਾਂ ਵਰਡਸ ਦੇ ਵਿੱਚ, ਤਿੰਨਾਂ ਲਫ਼ਜ਼ਾਂ ਦੇ ਵਿੱਚ ਗੁਰੂ ਬਾਬਾ ਜੀ ਨੇ ਪੂਰੇ ਦਾ ਪੂਰਾ, ਜਿਹਨੂੰ ਕਹਿ ਲਓ ਕਿ ਇੱਕ ਵਿਸਮਾਤ, ਉਸ ਨੂੰ ਉੱਚੇ ਬੰਦ ਕਰ ਦਿੱਤਾ। ਪਰਿਪੂਰਨ ਅਕਾਲ ਪੁਰਖ ਵਾਹਿਗੁਰੂ, ਉਹਦੀ ਵਡਿਆਈ, ਉਹਦੀ ਸਤੁਤੀ, ਉਹਦੀ ਤਾਰੀਫ ਬਾਣੀ ਕਿੰਨੀ ਵਾਰੀ ਇਹ ਬਿਆਨ ਕਰਦੀ ਪਈ। ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ ਤੇਰਾ ਅੰਤ ਨਾ ਕਿਨਹੇ ਲਈਏ। ਹੇ ਮਾਲਕ, ਇੱਕ ਜੀਵ ਆ ਤੇ ਇੱਕ ਜੀਵ ਦੇ ਨਾਲ ਮੈਂ ਕਿੰਨੀ ਕੁ ਤੇਰੀ ਵਡਿਆਈ ਕਰਾਂਗਾ। ਭੱਟ ਸਾਹਿਬਾਨ ਦਾ ਸਵਈਆ ਪੜ੍ਹਦਿਆਂ, ਏਕ ਜੀ ਕਿਆ ਬਖਾਨੇ ਕਿ ਹਾਂ ਕਿ ਬਲ 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 ਸਦ ਬਲ ਜਾਉ। ਇੱਕ ਜ਼ਬਾਨ ਮੀਨ ਬੜੀ ਲਿਮਟਿਡ ਜੀ ਐਬਿਲਿਟੀ ਹੈ ਸਾਡੇ ਕੋਲ, ਤੇ ਉਸ ਲਿਮਟਿਡ ਜੀ ਐਬਿਲਿਟੀ ਦੇ ਨਾਲ ਅਸੀਂ ਕੀ ਦੇਖਾਂਗੇ ਤੇ ਕੀ ਵਿਖਾਣ ਕਰਾਂਗੇ। ਜਿਵੇਂ ਹਕੀਮ ਅੱਲਾ ਯਾਰ ਖਾਂ ਜੋਗੀ ਨੂੰ ਪੜ੍ਹਦੇ ਹਾਂ ਜਦੋਂ ਗੁਰੂ ਸਤੁਤੀ ਵਿੱਚ ਜਾਂਦਾ, ਤੇ ਉਹ ਕਹਿੰਦਾ ਹੈ ਕਿ ਸੱਚ ਇਹ ਹੈ ਕਿ ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਕੀ ਬਿਆਨ ਕਰਾਂ। ਤੋ ਜਿਹੜਾ ਮੈਟਾਫੋਰ ਸਿਰਜਦਾ, ਉਹਦੇ 3 ਮੈਟਾਫੋਰ ਇੱਕੋ ਲਾਈਨ ਸਿਰਜਦਾ। ਉਹ ਪਹਿਲਾ ਬਿਆਨ ਕਰਦਾ ਵੀ ਕਰਤਾਰ ਕੀ ਸੁਗੰਧ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੁਰੂ ਗੋਬਿੰਦ ਕੀ वो तारीफ कम है। हर चंद मेरे हाथ में पुरजोर कलम है, सतगुरु के लिखो वसफ कहाँ ताबे रकम है। कहना मैं मेरी कलम गुरु गोबिंद सिंह साहब की पूरी वाकफियत करा दे। कहते हद हो गई, मेरी कलम में इन्नी ताब कित्थे है, मेरी कलम इन्ने समर्थ कित्थे है। कहते सतगुरु के लिखो वसफ कहाँ ताबे रकम है। एक आंख से क्या बुलबुला कुल बहर को देखे, साहिल को मझधार को या लहर को देखे। एक आंख से क्या बुलबुला कुल बहर को देखा। कहता कि ਠਾਠਾਂ मारदा होया समुंदर है, उस समुंदर दे विच एक छोटा जिहा पानी का बुलबुला बन जाता है। उस पानी के बुलबुले की एक छोटी जी अख होंदी है,
ਹੁਣ ਸੋ ਛੋਟੇ ਜਿਹੇ ਪਾਣੀ ਦੇ ਬੁਲਬੁਲੇ ਦੀ ਛੋਟੀ ਜਿਹੀ ਅੱਖ ਨੂੰ ਇਹ ਕਹੋ ਕਿ ਸਮੁੰਦਰ ਦੱਸ ਕੈਸਾ ਆ, ਉਹ ਕਹਿੰਦੇ ਕੀ ਦੱਸੇਗੀ, ਉਹ ਕੀ ਬਿਆਨ करेगी। एक आंख से क्या बुलबुला कुल बहर को देखे, साहिल को, उस समुंदर के किनारे साहिल ਜਿਹੜੇ ਉਹਦਾ ਵਾਟਰ ਫਰੰਟ ਹੈ ਸਾਰੇ ਦਾ ਸਾਰਾ, ਵੱਡੇ ਵੱਡੇ ਬੀਚਸ ਨੇ, ਜਿਹੜੀ ਉਹਨਾਂ ਦੀ ਗਲੋਰੀ ਹੈ, ਖੂਬਸੂਰਤੀ ਹੈ, ਉਹ ਬਿਆਨ ਕਰੇਗੀ। ਉਹ ਸਾਹਿਲ ਕੋ, ਮਝਧਾਰ ਕੋ, ਇਹ ਉਹਦੀਆਂ ਗਹਿਰਾਈਆਂ ਦੱਸੇਗੀ, ਕਿੰਨਾ ਗਹਿਰਾ ਆ, ਕਿੰਨਾ ਡੂੰਘਾ ਆ, ਕਿੰਨਾ ਵੱਡਾ ਆ ਉਸ ਰੂਪ ਦੇ। ਜਾਂ ਲਹਿਰ ਕੋ, ਜਾਂ ਉਹਦੇ ਜੋ ਲਗਾਤਾਰ ਕਲਕਲ ਉੱਠ ਰਹੀਆਂ ਲਹਿਰਾਂ ਨੇ, ਬਿਲਕੁਲ ਸਾਹਿਲ ਨੂੰ ਜਾ ਜਾ ਕੇ ਛੂੰਹਦੀਆਂ, ਉਹਨਾਂ ਨੂੰ ਬਿਆਨ ਕਰੇਗੀ। ਮੁਰਾਦ ਇਹ ਹੈ ਕੁਝ ਐਸੇ ਜਗ੍ਹਾ ਹੁੰਦੀ ਹੈ ਜਿੱਥੇ ਬੰਦਾ ਆਪਣੀ ਸਮਝ, ਆਪਣੀ ਸੋਚ, ਆਪਣੇ ਖਿਆਲ, ਆਪਣੀ ਅੰਦਰ ਦੀ ਵਿਵੇਚਨਾ ਕਰਕੇ ਬਹੁਤ ਛੋਟਾ ਰਹਿ ਜਾਂਦਾ ਹੈ। ਇਸ ਸਾਰੇ ਰੂਪ ਨੂੰ ਅਸੀਂ ਜਦੋਂ ਅਧਿਆਤਮੀ ਤਲ 'ਤੇ ਦੇਖਦੇ ਹਾਂ, ਇੱਥੇ ਬਾਣੀ ਕਹਿੰਦੀ ਇਹਨੂੰ ਮਾਨਿਆ ਜਾ ਸਕਦਾ ਆ, ਪੂਰੀ ਤਰ੍ਹਾਂ ਜਾਣਿਆ ਤੇ ਬਖਾਨਿਆ ਨਹੀਂ ਜਾ ਸਕਦਾ। ਕਿਤੇ ਭਗਤ ਕਬੀਰ ਜੀ ਦੇ ਬਚਨਾਂ ਨੂੰ ਪੜ੍ਹੀਏ, ਉਹ ਜ਼ਿਕਰ ਕਰਦੇ ਕਿ ਸਾਤ ਸਮੁੰਦਰ ਮਸ ਕਰੂੰ, ਕਲਮ ਕਰੂੰ ਬਨ ਰਾਏ, ਬਸੁਦਾ ਕਾਗਦ ਜੋ ਕਰੂੰ, ਹਰ ਜਸ ਲਿਖਣ ਨਾ ਜਾਏ। ਕਹਿੰਦੇ ਜੇ ਹਰੀ ਦਾ ਜਸ ਲਿਖਣਾ ਹੋਏ, ਸਾਤ ਸਮੁੰਦਰ ਮਸ ਕਰੋ, ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣ ਜੇ, ਕਲਮ ਕਰੋ ਬਨ ਰਾਏ। ਅੱਜ ਕੱਲ੍ਹ ਤੇ ਵੱਖਰੇ ਵੱਖਰੇ ਕਿਸਮ ਦੇ ਪੈਨ ਤੇ ਜਿਹੜੇ ਸਾਡੇ ਕੋਲ ਲਿਖਣ ਵਾਸਤੇ ਡਿਫਰੈਂਟ ਕਿਸਮ ਦੀਆਂ ਚੀਜ਼ਾਂ ਆ ਗਈਆਂ ਨੇ। ਟ੍ਰੈਡੀਸ਼ਨਲ ਵੇ ਦੇ ਨਾਲ ਕਲਮਾਂ ਘੜੀਆਂ ਜਾਂਦੀਆਂ ਸੀ, ਤੇ ਕਲਮਾਂ ਘੜ ਕੇ ਲਿਖਾਵਟ ਕੀਤੀ ਜਾਂਦੀ ਸੀ, ਤੇ ਕਲਮਾਂ ਬਨਸਪਤੀ ਦੀਆਂ ਘੜੀਆਂ ਜਾਂਦੀਆਂ ਸੀਗੀਆਂ, ਖਾਸ ਕਰਕੇ ਲੱਕੜ ਦੀਆਂ, ਦਰਖਤਾਂ ਦੀਆਂ, ਜਿਹੜੀ ਪੋਲੀ ਲੱਕੜ ਹੁੰਦੀ ਸੀ ਉਹਦੀ। ਕਿਆ ਸੱਤਾਂ ਸਮੁੰਦਰਾਂ ਦੀ ਸ਼ਾਹੀ ਹੋ ਜੇ, ਸਾਰੀ ਬਨਸਪਤੀ ਦੀਆਂ ਕਲਮਾਂ ਘੜ ਲਈਆਂ ਜਾਣ, ਤੇ ਵਸੁਦਾ ਕਾਗਦ ਜੋ ਕਰੂੰ, ਵਸੁਦਾ ਜਿੰਨਾ ਵਸੇਬਾ ਆ, ਜਿੰਨੀ ਧਰਤੀ ਦਾ ਪਟ ਲਿਆ, ਸਾਰਾ ਹੀ ਕਾਗਜ਼ ਬਣਾ ਲਵੋ। ਹਰ ਜਸ ਲਿਖਣ ਨਾ ਜਾਏ, ਹਰੀ ਦਾ ਜਸ ਕਿੱਥੇ ਲਿਖੋਗੇ, ਕੀ ਬਿਆਨ ਕਰੋਗੇ ਉਹਦੇ ਬਾਬਤ। ਇਸ ਨੂੰ ਸਾਹਿਬ ਨੇ ਹੋਰ ਬੜੇ ਰੰਗਾਂ 'ਚ ਬਿਆਨ ਕੀਤਾ। ਕਿਤੇ ਗੁਰੂ ਅਰਜਨ ਸਾਹਿਬ ਇਸ ਤਰ੍ਹਾਂ ਬਿਆਨ ਕਰਦੇ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਿਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰਹੇ। ਕਿਆ ਮੁਜਦਨੇ ਨੂੰ ਤੇ ਇੱਕ ਉਹਦਾ ਗੁਣ ਦਾ ਵੀ ਨਹੀਂ ਪਤਾ, ਇੱਕ ਵੀ ਵਡਿਆਈ ਦਾ ਨਹੀਂ ਪਤਾ, ਤੇ ਉਹ ਤੇ ਏਡੀ ਵੱਡੀ ਸਾਰੇ ਦੀ ਸਾਰੀ ਇਹ ਸਿਰਜਣਾ ਤੇ ਰਚਨਾ ਜਿਹੜੀ ਹੈ ਉਹਦੇ 'ਚ ਅਮਾਇਆ ਹੋਇਆ, ਸਮਾਇਆ ਹੋਇਆ ਕਰ ਰਿਹਾ ਹੈ। ਸੋ ਇਸ ਸਾਰੇ ਤੋਂ ਬਾਅਦ ਫਿਰ ਇੱਕ ਹੀ ਚੀਜ਼ ਰਹਿ ਜਾਂਦੀ ਬਾਕੀ, ਜਿਹਨੂੰ ਗੁਰੂ ਸਾਹਿਬ ਨੇ ਕਿਹਾ, ਤੂੰ ਅਚਰਜ ਵਿਸਮਾਤ, ਤੇਰੇ ਤੇ ਫਿਰ ਕਿਹਾ ਕੁਦਰਤ ਤੇਰੀ ਬਿਸਮਾ, ਤੂੰ ਅਚਰਜ ਕਰ ਰਿਹਾ, ਮੈਨੂੰ ਅਮੇਜ਼ਡ ਕਰ ਰਿਹਾ। ਜੇ ਮੈਂ ਤੇਰੀ ਕੁਦਰਤ ਵੱਲ ਦੇਖਦਾ, ਉਹ ਮੈਨੂੰ ਬਿਸਮਾ, ਉਹ ਮੈਨੂੰ ਵਿਸਮਾਤ ਕਰ ਰਹੀ ਹੈ। ਮੈਂ ਕਿਸ ਚੀਜ਼ ਨੂੰ ਵੇਖਾਂ। ਜਿਵੇਂ ਇਸ ਤਰ੍ਹਾਂ ਆ ਕਿ ਐਕਚੁਅਲੀ ਮਨੁੱਖੀ ਮਨ ਜਿਹੜਾ ਹੈ ਨਾ, ਇਹਦੀ ਜਿਹੜੀ ਈਗੋਟਿਸਟ ਇੱਕ ਅਪਰੋਚ ਆ ਹਰ ਚੀਜ਼ ਬਾਬਤ, ਕਿ ਆਪਣੇ ਆਪ ਨੂੰ ਬੜੀ ਵੱਡੀ ਬਲਾ ਸਮਝਦਾ ਆ, ਤੇ ਆਪਣੇ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਮੰਨਦਾ ਆ, ਨਾ ਉਹਦੀ ਹੋਂਦ ਨੂੰ ਸਵੀਕਾਰਦਾ ਆ, ਤੇ ਨਾ ਹੀ ਉਸ ਨੂੰ ਕੋਈ ਅਹਿਮੀਅਤ ਦੇਣ ਨੂੰ ਤਿਆਰ ਹੁੰਦਾ ਆ। ਤੇ ਫਿਰ ਇਹ ਹੈ, ਜਦੋਂ ਇਸ ਮਨ ਦੇ ਰੂਪ ਨੂੰ ਅਸੀਂ ਕਿਸੇ ਐਸੀ ਜਗ੍ਹਾ ਦੇ ਸਾਹਮਣੇ ਲੈ ਕੇ ਜਾਵਾਂਗੇ ਜਿੱਥੇ ਇਹਨੂੰ ਪਤਾ ਲੱਗੇਗਾ, ਓਹੋ ਇਹਨੂੰ ਤੇ ਵਾਕਿਆ 'ਚ ਹੀ ਵੱਡਾ ਕਹਿਣਾ ਬਣਦਾ ਆ। ਜਿਹਨੂੰ ਸਾਹਿਬ ਨੇ ਕਿਹਾ, ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ, ਉਹਦੇ ਅੱਗੇ ਜਾ ਕੇ ਨਿਵ ਲਿਖ, ਜਿਹਦੇ ਅੱਗੇ ਸਭ ਕੁਝ ਨਿਵਿਆਂ ਲਿਖਿਆ ਪਿਆ, ਉਹ ਰੂਪ ਬੰਦੇ ਨੂੰ ਸਮਝ ਆ ਜਾਏ। ਹੁਣ ਇੱਥੋਂ ਆਪਾਂ ਬਾਤ ਕਾਦਰ ਦੀ ਥੋੜ੍ਹੀ ਕੀਤੀ, ਥੋੜ੍ਹੀ ਕੁਦਰਤ ਦੀ ਬਾਣੀ ਵਿੱਚੋਂ ਕਰੀਏ, ਕਿਉਂਕਿ ਇਹੀ ਬਿਸਮਾ ਆ, ਇਹੀ ਅਸਲ 'ਚ ਵਿਸਮਾਦਤ ਅਵਸਥਾ ਆ। ਗੁਰੂ ਨਾਨਕ ਸਾਹਿਬ ਦੇ ਬਚਨਾਂ 'ਚ ਪੜ੍ਹਦੇ ਹਾਂ, ਤੇ ਮਹਾਰਾਜ ਕਿਤੇ ਬਿਆਨ ਕਰਦੇ ਆ, ਪੜ੍ਹਦੇ ਹੋ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ ਲਖਿਆ, ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਇੱਕ ਸਾਡੀ ਅਕਲ ਦੀ ਕਲਾ ਆ, ਬੜੀ ਛੋਟੀ ਹੈ ਤੇ ਬੰਦੇ ਕੋਲ ਅਕਲ ਹੈ, ਇਹ ਨਹੀਂ ਹੈ ਵੀ ਅਕਲ ਕਰਕੇ ਹੀ ਬਹੁਤ ਸਾਰੀਆਂ ਚੀਜ਼ਾਂ ਇਹਨੇ ਵੇਖੀਆਂ, ਮਾਣੀਆਂ, ਜਾਨੀਆਂ ਸਭ ਰੂਪਾਂ ਦੇ ਵਿੱਚ। ਪਰ ਉਹ ਇਸ ਕਲਾ ਤੋਂ ਇੱਕ ਵੱਡੀ ਅਕਲ ਦੀ ਕਲਾ, ਜਿੱਥੇ ਅਕਲ ਵੀ ਛੋਟੀ ਪੈ ਜਾਂਦੀ। ਜੇ ਉਸ ਤਰੀਕੇ ਕਾਰਤਾ ਨਾਲ ਦੇਖਿਆ ਜਾਏ
तो साहब ने कहा बलिहारी कुदरत वसिया, तेरी कुदरत जिहड़ी ये शक्ति वसी हुई है ना, तेरी रूपता वसी हुई है, सत्या वसी हुई है, बलिहार है दे तो ये सत्या क्या कमाल है। तुसी किसे रूप नूं देखो, कुदरत तेरी बिस्मा। आप देखोगे असी कोई एक फल लै लो, जिवें सपोज करो ऑरेंज असी देखते हाँ, हुण ऑरेंज का फल जिहड़ा आ जे उन्होंने बड़े ध्यान नाल देखोगे तो उहदे विच लिक्विड फॉर्म दे विच जिन्हों विटामिन सी कह लो या सिट्राजिन कह लो, वो है उहदे विच। उहदी पैकिंग देखो, असीं भी संसारी लोगों ने बड़ी डिफरेंट डिफरेंट किस्म की कमाल की पैकिंग की है, कमाल का पैकिंग स्टफ असीं संसार ते तैयार करते हुए देखते हैं। पर साडे वास्ते किड्डे किड्डे कारखाने चाहिए, किन्ने हत्थ चाहिए, किन्ने रोबोट्स चाहिए चलाउण वास्ते, सब कुछ। उस बूटे दे विचों अपने आप ही जो चीज़ जनरेट होंदी, तो जे उहदी पैकिंग देखो मुड़ के बाद दे विच भी इंज लगेगा एक छोटा जिहा पल्प आ, सब तो छोटा हिस्सा, उस पल्प दे विच बिल्कुल प्योर सिट्राजिन का जूस पा दिता उहदे अंदर, उसनूं एक तरह थैली च बंद करता उस पल्प दे विच। उस तो बाद इहो जिहियां किन्नियां पल्प्स होर इकट्ठियां कीतियां, सारियां एक दूजे दे नाल जोड़ दित्तियां, जोड़ के फिर उन्हें एक वड्डी थैली च पाता, वड्डी थैली पा के फिर उत्ते जिवें सेबे नहीं बन्नी दे हुंदे, इस तरीके दे नाल सेबे बनते। फिर इहो जिहियां होर कई छोटियां छोटियां थैलियां तो फिर वड्डियां वड्डियां थैलियां बनाईयां, फिर वो 10 15 20 थैलियां जिहड़ियां एक पैकेज बनाता उन्हें सारियां दा, इस तरीके दे नाल पैकेज बना के फिर सेबे वालते उत्ते खूब सारे ताकि उखड़ ना जाण, फिर सारे दे उत्ते कवर देता, इस तरीके दे नाल वो जिहड़ा अमृत रस आ कुदरत दा, जिन्हों असीं ऑरेंज जूस कह सकते हैं, बिल्कुल प्रिजर्व करके रखता है, नहीं बिस्मा। जे बंदा किसी लैवल ते भी देखे, जे तुसी कादर दी बनाई, जिन्हों साहब ने करता करते कुदरती मुश्ताक, जिहड़ी तेरी मुश्ताकियत है ना, वो तेरी कुदरत विचों दिस जाती है। जे आपां होर इहनूं सरल करिए, मैनूं याद आ ये लिखिया सरदार डॉक्टर जसवंत सिंह नेकी होरां ने, बहुत उम्दा साइकोलॉजिस्ट सीगे, वर्ल्ड रिनॉन्ड, PGI के हैड भी रहे लंबा समा। इस तो बिना बहुत सारिया किताबां लिखियां, बड़े गुरमत स्कॉलर कह लो एक तरह दे नाल, उन्हां दी किताबां जिहड़ियां ने गुरमत मनोविज्ञान, अरदास कमाल की किताब है, बहुत कमाल का दस्तावेज है। अपने घर की अरदास नूं समझना होए उस किताब तो समझा जा सकता है। कवि भी सीगे, कवितावां लिखते सी बड़ियां खूबसूरत। खैर उन्होंने एक बात बयान की, वो कहते कि ड्यूरिंग कॉलेज टाइम जो पढ़ते सी, उदों किते माड़ा जिहा भी समा बनना, मतलब इनू इस तरह जानो जिहड़ी सिक्ख्या कई तरीके नाल बंदा लै सकदा है, मौका बनना किते ते सोचना भी फ्री टाइम आ, तो बस इको ही कशिश होनी, खाश होनी भी भज के भाई वीर सिंह जी को जाके रहने, उन्हां दी जाके शैडोइंग करया करनी, संगत उन्हां दे कोल जाके रहना, तो उन्हां नूं वेखना, मानना, एहसासना। एक्चुअली ये चीज़ां जिहड़ियां ना साडे हौली हौली समाज विचों चलियां गईयां, अदरवाइज जिहड़ी चंगेरियां दी संगत है, गुरमुखां दी संगत है, ये बंदे नूं वाकई च इहदी आत्मक तौर पर अपलिफ्टिंग कर देंदी। कहते उत्थे जाके रहना, एक बारी मैं ते जिहड़े GNU दे सीगे डॉक्टर राम सिंह, असीं दोनों इकट्ठे उन्हां दे कोल आ, अमृतसर उन्हां दी रिहायश उन्हां दिनां दे विच। ते कहंदे उन्हां दा अपना तरीका सीगा कि उन्होंने सवेरे उठे, कुछ समा नितनेम विच बतीत किया, फिर वॉक लई चले गए, सैर वास्ते चले गए। वो अगे अगे तुरे जाते, असीं पिछे पिछे तुरे जाने, जिन्ना ही को स्पीड नाल तुरदे उन्ने किसी नाल स्पीड फड़ते, जे हौली हुंदे सी हौली हो जाते, जे कोई गल पुछदे तो बड़ा संकोचवा या छोटा जिहा सी जवाब देंदे, जे कोई वो गल करदे तो बड़े ध्यान नाल सुनदे असीं भी कोई गल उस रूप दे विच उन्होंने सानूं दसी है। कहते इस तरीके नाल साडी संगत हो रही जा रहे हैं। असीं वो वॉक करदे करदे एक बाग दे विच एक बड़ा खूबसूरत फुल खिड़िया आ, उस फुल ते एक तितली बैठी है, तो वो तुरंत नज़र चली गई
ਤੇ ਉਹ ਕਾਫੀ ਸਮਾਂ ਤਿਤਲੀ ਬੈਠੀ ਰਹੀ ਤੇ ਉਹ ਆਰਾਮ ਦੇ ਨਾਲ ਨਿਹਾਰਦੇ ਰਹੇ ਉਸ ਨੂੰ। ਅਸੀਂ ਵੀ ਕੋਲ ਖੜੇ ਵੇਖਦੇ ਰਹੇ। ਥੋੜ੍ਹੀ ਦੇਰ ਬਾਅਦ ਸਾਡੇ ਵੱਲ ਮੂੰਹ ਕਰਕੇ ਇਸ਼ਾਰਾ ਕਰਕੇ ਕਹਿਣ ਲੱਗੇ, ਸਮਝਿਓ ਕੀ ਹੋਇਆ? ਅਸੀਂ ਕਿਹਾ ਜੀ ਅਸੀਂ ਤੇ ਨਹੀਂ ਸਮਝੇ। ਉਹ ਕਹਿੰਦੇ ਨਹੀਂ ਤੁਸੀਂ ਦੇਖਿਆ ਨਹੀਂ? ਕਹਿੰਦੇ ਦੇਖਿਆ ਜੀ। ਦੱਸੋ ਕੀ ਹੋਇਆ? ਕਹਿਣ ਲੱਗੇ ਜੀ ਹੁਣ ਉਹਨਾਂ ਨੇ ਹੁਕਮ ਕੀਤਾ ਦੱਸੋ ਕੀ ਹੋਇਆ, ਤੁਸੀਂ ਦੱਸਣਾ ਸੀਗਾ। ਰਾਮ ਸਿੰਘ ਕਹਿੰਦੇ ਕਿਉਂਕਿ ਸਾਇੰਸ ਦਾ ਸਟੂਡੈਂਟ ਸੀਗਾ, ਉਹਨੇ ਸਾਇੰਟੀਫਿਕ ਸਾਈਡ ਤੋਂ ਦੱਸਿਆ ਕਿ ਜਿਹੜਾ ਹੈਗਾ ਇੱਕ ਤਰ੍ਹਾਂ ਦੇ ਨਾਲ ਇੱਕ ਮਦਰ ਨੇਚਰ ਦੇ ਨਾਲ ਐਕਟ ਕੀਤਾ ਆ ਉਸਨੇ ਨਾ, ਫੁੱਲ ਦੀ ਇੱਕ ਫ੍ਰੈਗਰੈਂਸ ਨੂੰ ਵਧਾਉਣ ਵਾਸਤੇ ਇਹਦੇ 'ਚੋਂ ਕੁਝ ਚੀਜ਼ ਚੱਕੀ ਹੈ, ਦੂਜੇ ਫੁੱਲ ਤੱਕ ਲੈ ਕੇ ਜਾਏਗੀ। ਸੋ ਜੋ ਨੇਚਰ ਦਾ ਸਾਰਾ ਤਰੀਕਾ ਹੈ। ਉਹ ਕਹਿਣ ਲੱਗੇ ਠੀਕ ਹੈ। ਮੇਰੇ ਵੱਲ ਇਸ਼ਾਰਾ ਕਰਕੇ ਕਹਿੰਦੇ ਤੂੰ ਤੇ ਕਵੀ ਆ, ਕਵਿਤਾਵਾਂ ਲਿਖਦਾ ਆ, ਦੱਸ ਕੀ ਹੋਇਆ? ਕਹਿਣ ਲੱਗਾ ਮੈਂ ਬੜਾ ਜ਼ੋਰ ਲਗਾ ਕੇ ਆਪਣੇ ਅੰਦਰੋਂ ਜਿਹੜਾ ਹੈਗਾ ਕਰਕੇ ਮੈਂ ਕਿਹਾ ਜੀ ਇਹਨੂੰ ਇਸ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਇੱਕ ਸੁੰਦਰਤਾ, ਖੂਬਸੂਰਤੀ, ਕਿਉਂਕਿ ਤਿਤਲੀ ਇਜ਼ ਦਾ ਸਿੰਬਲ ਆਫ ਬਿਊਟੀ ਐਂਡ ਆਲਸੋ ਫਲਾਵਰ ਇਜ਼ ਆਲਸੋ ਐਕਚੁਅਲੀ ਸਿੰਬਲ ਆਫ ਬਿਊਟੀ। ਕਹਿੰਦੇ ਵੀ ਇੱਕ ਸੁੰਦਰਤਾ ਦੂਸਰੀ ਸੁੰਦਰਤਾ ਨਾਲ ਮਿਲਾਪ ਕਰਕੇ ਗਈ ਹੈ, ਇੱਕ ਖੂਬਸੂਰਤੀ ਦੂਸਰੀ ਖੂਬਸੂਰਤੀ ਨਾਲ ਮਿਲੀ ਹੈ। ਇਹ ਹੋਇਆ। ਹੱਸ ਪਏ। ਕਹਿਣ ਲੱਗੇ ਕਿਉਂ ਘਬਰਾਈ ਜਾਂਦੇ ਹੋ ਇੰਨਾ? ਤੁਹਾਨੂੰ ਦਿਸ ਨਹੀਂ ਰਿਹਾ ਇਹ ਬਾਣੀ ਦੇ ਅਰਥ ਹੋ ਰਹੇ ਨੇ? ਅਸੀਂ ਕਿਹਾ ਜੀ ਬਾਣੀ ਦੇ ਅਰਥ ਹੋ ਰਹੇ ਨੇ? ਕਹਿਣ ਲੱਗੇ ਹਾਂ। ਉਹਨਾਂ ਪੰਕਤੀ ਪੜ੍ਹੀ, ਕਹਿੰਦੇ ਆਪੇ ਰਸੀਆ ਆਪ ਰਸ ਆਪੇ ਰਾਵਣਹਾਰ। ਸਮਝ ਨਹੀਂ ਆ ਰਿਹਾ ਤੁਹਾਨੂੰ? ਤਿਤਲੀ ਵੀ ਉਹ ਆਪ ਹੈ, ਫੁੱਲ ਵੀ ਉਹ ਆਪ ਹੈ। ਤਿਤਲੀ ਤੇ ਫੁੱਲ ਦੇ ਦਰਮਿਆਨ ਜੋ ਕਿਰਿਆ ਹੋਈ ਉਹ ਵੀ ਤੇ ਉਹ ਆਪ ਹੈ। ਉਹਦੇ ਤੋਂ ਬਿਨਾਂ ਹੈ ਕੀ ਹੈ? ਜਦੋਂ ਬੰਦਾ ਕੁਦਰਤ 'ਚ ਬਹੁਤ ਗਹਿਰਾ ਚਲਾ ਜਾਏਗਾ ਨਾ, ਸੱਚ ਹੈ ਕੁਦਰਤ ਕਾਦਰ ਦਾ ਰੂਪ ਨਜ਼ਰ ਆਵੇਗੀ। ਇਸ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ। ਤੇ ਤੁਝ ਬੇਅੰਤ ਦਾ ਇਸ ਕੁਦਰਤ ਦਾ ਇਸੇ ਥੋਹ ਤੇ ਅੰਤ ਕਿਵੇਂ ਪਾਵਾਂਗੇ? ਬੰਦਾ ਸੋਚਦਾ ਕਿ ਮੈਂ ਸ਼ਾਇਦ ਸ਼ਰੀਕ ਬਣ ਜਾਵਾਂਗਾ ਕੁਦਰਤ ਦਾ, ਸ਼ਾਇਦ ਮੈਂ ਇੱਥੇ ਆਪਣੇ ਤਰੀਕੇ ਨਾਲ। ਸੱਚ ਇਹ ਹੈ ਮਦਰ ਨੇਚਰ ਤੇ ਬਣੇ ਹੋਏ ਲਾਅ ਨੂੰ ਹੀ ਫੋਲੋ ਕਰਕੇ ਬੰਦਾ, ਉਹਦੇ ਹੁਕਮ ਨੂੰ ਫੋਲੋ ਕਰਕੇ ਹੀ ਬੰਦਾ ਆਪਣੇ ਤੇ ਆਲੇ ਦੁਆਲੇ ਨੂੰ ਸੁੱਖ ਵੰਡ ਸਕਦਾ ਆ। ਜੇ ਹੁਕਮ ਤੋੜੇਗਾ ਤੇ ਫਿਰ ਇਹ ਹੈ ਕੁਦਰਤ ਉਹਦੇ ਹੁਕਮ ਨੂੰ ਥੋੜਾ, ਉਹਦੇ ਹੁਕਮ ਦੀ ਹਦੂਲੀ ਥੋੜਾ ਹੋ ਸਕਦੀ ਹੈ। ਜਿੰਨਾ ਅਸੀਂ ਗੈਰ ਕੁਦਰਤੀ ਜੀਵਨ ਜੀਣ ਦੀ ਟਰਾਈ ਕੀਤੀ ਹੈ ਓਨੇ ਹੀ ਦੁੱਖ ਭੋਗੇ ਨੇ। ਅੱਜ ਨੇਚਰ ਕਿਉਰਿੰਗ ਸਿਸਟਮ ਦੀ ਗੱਲ ਹੋ ਰਹੀ ਹੈ, ਅੱਜ ਨੈਚੁਰੋਪੈਥੀ ਦੀ ਗੱਲ ਹੋ ਰਹੀ ਹੈ, ਅੱਜ ਨੈਚੁਰਲ ਹੀਲਿੰਗ ਪ੍ਰੋਗਰਾਮਸ ਦੀ ਗੱਲ ਹੋ ਰਹੀ ਹੈ। ਇਹ ਸਾਰੀਆਂ ਚੀਜ਼ਾਂ ਅੱਜ ਬੰਦੇ ਨੂੰ ਸਮਝ ਆ ਰਹੀਆਂ ਨੇ, ਨਹੀਂ 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 ਨੇਚਰ ਦੇ ਨੇੜੇ ਜਾਣਾ, ਨੇਚਰ ਦੇ ਨੇੜੇ, ਜਿਹਨੂੰ ਅਸੀਂ ਆਰਗੈਨਿਜ਼ਮ ਕਹਿ ਰਹੇ ਹਾਂ ਜਾਂ ਆਰਗੈਨਿਕ ਤਰੀਕੇ ਦੇ ਨਾਲ ਅੱਜ ਕੱਲ੍ਹ ਜਿਹੜੀਆਂ ਚੀਜ਼ਾਂ ਸਮਝ ਆ ਰਹੀਆਂ ਨੇ, ਇਹ ਸਾਰਾ ਕੁਦਰਤ ਨਾਲ ਆਤਮਸਾਤ ਹੋਣ ਵਾਲੀ ਗੱਲ ਹੈ। ਅੱਜ ਇਹਨਾਂ ਦਿਨਾਂ ਦੇ ਵਿੱਚ ਗਲਾਸਗੋ ਦੇ 'ਚ ਐਡੀ ਵੱਡੀ ਕਨਵੈਨਸ਼ਨ ਚੱਲ ਰਹੀ ਹੈਗੀ ਹੈ, ਖਾਸ ਕਰਕੇ ਗਲੋਬਲ ਵਾਰਮਿੰਗ ਦੇ ਉੱਤੇ ਵਰਲਡ ਲੀਡਰਸ ਇਕੱਠੇ ਹੋਏ ਨੇ ਉੱਥੇ ਗੱਲਬਾਤ ਕਰਨ ਵਾਸਤੇ ਕਿ ਭਾਈ ਕੀ ਕੀਤਾ ਜਾਏ। ਇਹ ਸਾਰੇ ਜੇ ਗੁਰਬਾਣੀ ਨੂੰ ਦੇਖੀਏ, ਆਪਾਂ ਜਪਜੀ ਸਾਹਿਬ ਵੀ ਪੜ੍ਹਦੇ ਹਾਂ, ਮਹਾਰਾਜ ਅਧਿਆਤਮੀ ਤਲ ਦੇ ਉੱਤੇ ਸਾਨੂੰ ਸਿੱਖਿਆ ਦਿੰਦੇ ਤੇ ਮੈਟਾਫੋਰ ਇਸ ਜੀਵਨ ਦੀ ਚੱਲ ਰਹੀ ਸ਼ੈਲੀ ਦੇ ਵਿੱਚੋਂ ਉਹ ਸਾਰ ਤੱਤ ਸਮਝਾਉਂਦੇ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲ ਹੈ ਸਗਲ ਜਗਤ। ਉਹ ਬੰਦੇ ਵੇਖ ਜਿਵੇਂ ਇਹ ਕੁਦਰਤ ਦੇ ਇੱਕ ਇੱਕ ਜ਼ਰਾ ਇੱਕ ਇੱਕ ਤੱਤ ਤੈਨੂੰ ਚੀਜ਼ਾਂ ਸਮਝਾ ਰਿਹਾ ਆ। ਇਹਨਾਂ ਨੂੰ ਧਿਆਨ ਨਾਲ ਦੇਖ, ਇਹਨਾਂ ਨੂੰ ਅਹਿਸਾਸ ਸਰੂਪ ਦੇ ਵਿੱਚ ਜਿਹੜਾ ਤੇਰਾ ਜੀਵਨ ਹੈ ਨਾ, ਹੋਰ ਕੁਝ ਵੀ ਨਹੀਂ। ਪੌਣ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ, ਇਹ ਸੁਮੇਲ ਆ ਸਾਰੇ ਦਾ। ਤੇ ਜੇ ਚਾਹੁੰਦਾ ਆ, ਅੱਜ ਤੇ ਹੁਣ ਪਤਾ ਲੱਗ ਰਿਹਾ ਸਭ ਕਾਸੇ ਦੇ ਅੰਦਰ ਕਿ ਬੰਦਾ ਜਿਸ ਕਿਸਮ ਦੇ ਐਨਵਾਇਰਮੈਂਟ 'ਚ ਰਹਿ ਰਿਹਾ, ਜਿਹੋ ਜਿਹੀਆਂ ਚੀਜ਼ਾਂ ਪਰਸੀਵ ਕਰ ਰਿਹਾ, ਖਾ ਰਿਹਾ, ਇਨਟੇਕ ਹੋ ਰਿਹਾ ਹੈ, ਉਹ ਸਾਰੀਆਂ ਇਨਹੇਲ ਕਰ ਰਿਹਾ, ਉਸੇ ਤਰੀਕੇ ਦੀ ਹੀ ਇਹਦੀ ਸਾਰੇ ਦੀ ਸਾਰੀ ਇਕੱਲੀ ਫਿਜ਼ੀਕਲ ਸਟਰਕਚਰ ਹੀ ਨਹੀਂ ਹੈ, ਇਹਦੀ ਮੈਂਟਲ ਹੈਲਥ, ਇਹਦੀ ਮਾਨਸਿਕਤਾ ਵੀ ਉਵੇਂ ਬਣ ਰਹੀ ਹੈ, ਇਹਦਾ ਜਿਹੜਾ ਆਤਮਿਕ ਰੂਪ ਹੈ ਉਹ ਵੀ ਉਸੇ ਤਰ੍ਹਾਂ ਢਲ ਰਿਹਾ। ਸੋ ਜੇ ਬੰਦੇ ਨੂੰ ਸਹੀ ਤਰੀਕੇ ਦੇ ਨਾਲ ਅਸੀਂ ਐਜ਼ ਏ ਹੋਲ ਪਰਸੋਨਾ, ਉਹਦਾ ਜਿਹੜੀ ਸਮੁੱਚੀ ਸ਼ਖਸੀਅਤ ਦੀ ਉਸਾਰੀ ਕਰਨੀ ਹੈ, ਤੇ ਭਾਈ ਇਹਨਾਂ ਸਭ ਚੀਜ਼ਾਂ 'ਤੇ ਧਿਆਨ ਦੇਣਾ ਪਏਗਾ। ਇੱਥੇ ਜੋ ਕੁਦਰਤ ਦੇ ਨਾਲ ਸਾਡਾ ਨਾਤਾ ਆ ਉਹ ਬੜਾ ਗਹਿਰਾ ਆ। ਕੁਦਰਤ ਵਿਸਮਾ ਕਰਦੀ ਹੈ, ਸਾਨੂੰ ਵਿਸਮਾਦ ਵਿੱਚ ਲੈ ਜਾਂਦੀ ਹੈ। ਮੈਂ ਛੋਟੀ ਜਿਹੀ ਐਗਜ਼ਾਮਪਲ ਇੱਕ ਬਨਸਪਤੀ ਵਿੱਚੋਂ ਦਿੱਤੀ, ਇੱਕ
ਔਰੰਜ ਦੇ ਰੂਪ ਦੇ ਵਿੱਚ। ਜੇ ਆਪਾਂ ਆਪਣੇ ਸਰੀਰ ਵਾਲੇ ਪਾਸੇ ਆ ਜਾਈਏ, ਇਹ ਵੀ ਕਮਾਲ ਦੀ ਕੁਦਰਤ ਹੈ। ਕਿਆ ਅੱਜ ਦੇ ਉੱਤੇ ਲੋਕਾਂ ਨੇ ਵੱਡੇ ਵੱਡੇ ਕਿਤਾਬ 'ਚ ਲਿਖ ਮਾਰੇ ਕਿ ਸਾਡੀ ਇੱਕ ਆਪਣੀ ਇਨਰ ਇੰਜੀਨੀਅਰਿੰਗ ਨੂੰ ਸਮਝੋ, ਆਪਣੀਆਂ ਜਿਹੜਾ ਹੈਗਾ ਫਿਜ਼ੀਕਲ ਆਪਣੀ ਐਬਿਲਿਟੀ ਨੂੰ ਅੰਡਰਸਟੈਂਡ ਕਰੋ। ਇਸ ਸਾਰੇ ਦੇ ਉੱਤੇ ਜਦ ਆਪਾਂ ਬਾਣੀ 'ਚ ਬਚਨ ਪੜ੍ਹੀਏ ਤੇ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੈ, ਵੈਸੇ ਤਾਂ ਬਹੁਤ ਸਾਰੇ ਬਚਨ ਨੇ ਪਰ ਇੱਕ ਦੋ ਬਚਨ ਵਿੱਚੋਂ ਲਈਏ ਜਿਹਨੂੰ ਸਾਹਿਬ ਜ਼ਿਕਰ ਕਰਦੇ ਕਿ ਬੰਦੇ ਧਿਆਨ ਨਾਲ ਦੇਖ ਕਿ ਇਹ ਅਨਕ ਭਾਂਤ ਕਰ ਮਣੀਆਂ ਸਾਜੇ, ਕਾਚੇ ਤਾਗ ਪਰੋਈ, ਟੂਟ ਜਾਏ ਗੋ ਸੂਤ ਬਾਪਰੋ, ਫਿਰ ਪਾਛੇ ਪਛਤੋਈ, ਰੇ ਨਰ ਕਾਹੇ ਪਪੋਰੋ ਦੇਹੀ। ਕਿਆ ਧਿਆਨ ਨਾਲ ਦੇਖ, ਦੇਹੀ ਨੂੰ ਪਪੋਰਦਾ ਤੇ ਹੈ, ਪਪੋਰਨਾ ਹੁੰਦਾ ਮਤਲਬ ਬੜਾ ਇਸ ਤਰੀਕੇ ਦੇ ਨਾਲ ਸਾਂਭ ਸੰਭਾਲ ਕਰਨੀ ਉਸ ਰੂਪ ਦੇ ਵਿੱਚ, ਪਰ ਇਹ ਤੈਨੂੰ ਕੁਝ ਸਿਖਾ ਵੀ ਰਹੀ ਹੈ, ਦਰਸਾ ਵੀ ਰਹੀ ਹੈ। ਜਿਵੇਂ ਪੁਰਾਣੇ ਸਮੇਂ 'ਚ ਰਿਹਾ ਕਿ ਲੋਕੀ ਹੱਥ 'ਚ ਮਾਲਾ ਫੜ ਕੇ ਤੇ ਮਾਲਾ ਦੇ ਮਣਕਿਆਂ ਦੇ ਨਾਲ ਰੱਬ ਰੱਬ, ਅੱਲਾ ਅੱਲਾ, ਰਾਮ ਰਾਮ, ਜਾਂ ਅਸੀਂ ਵਾਹਿਗੁਰੂ ਵਾਹਿਗੁਰੂ ਕਹਿ ਲਈਏ, ਇਸ ਤਰੀਕੇ ਨਾਲ ਕਰਦੇ, ਤਸਬੀਹਾਂ ਫੇਰਦੇ। ਗੁਰੂ ਮਹਾਰਾਜ ਕਹਿੰਦੇ ਧਿਆਨ ਨਾਲ ਦੇਖ, ਤੂੰ ਵਿਸਮਾ ਦੇ ਚਲਾ ਜਾਏਗਾ, ਤੈਨੂੰ ਤਸਬੀਹ ਦੀ ਵੀ ਲੋੜ ਨਹੀਂ ਪਏਗੀ। ਇਹਨੂੰ ਬਾਬਾ ਕਬੀਰ ਜੀ ਨੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਤੇਰੀ ਰਸਨਾ ਰਾਮ ਰਾਮ ਆਪੇ ਕਰਨ ਲੱਗ ਜਾਏਗੀ। ਕਿਵੇਂ? ਕਿਆ ਅਨਕ ਭਾਂਤ ਕਰ ਮਣੀਆਂ ਸਾਜੇ, ਅਨਕ ਭਾਂਤ ਕਰ ਮਣੀਆਂ ਸਾਜੇ। ਕਿਆ ਮਣਕੇ ਪਰੋਏ ਨੇ। ਆਹ ਹੱਥ ਦੇਖੋ, ਤਿੰਨ ਤਿੰਨ ਥਾਵਾਂ ਤੋਂ ਉਂਗਲਾਂ ਮੁੜ ਰਹੀਆਂ ਨੇ ਇਸ ਤਰੀਕੇ ਦੇ ਨਾਲ, ਅਨਕ ਭਾਂਤ ਕਰ ਮਣੀਆਂ ਸਾਜੇ। ਚੌਥੀ ਥਾਂ ਤੋਂ ਜਿਹੜੀ ਹੈਗੀ ਹੈ ਤਲੀ ਮੁੜ ਰਹੀ ਹੈ, ਪੰਜਵੀਂ ਜਗ੍ਹਾ ਤੋਂ ਗੁੱਟ ਮੁੜ ਰਹੀ ਹੈ, ਛੇਵੀਂ ਜਗ੍ਹਾ ਤੋਂ ਕੂਣੀ ਮੁੜ ਰਹੀ ਹੈ, ਸੱਤਵੀਂ ਜਗ੍ਹਾ ਤੋਂ ਮੋਢਾ ਮੁੜ ਰਿਹਾ ਹੈ। ਅਨਕ ਭਾਂਤ ਕਰ ਮਣੀਆਂ ਸਾਜੇ, ਮਣਕੇ ਨੇ। ਕਾਚੇ ਤਾਗ ਪਰੋਈ, ਕੱਚੇ ਜੇ ਧਾਗੇ 'ਚ ਕਿਵੇਂ ਮਣਕੇ ਪਰੋ ਪਰੋ ਕੇ ਰੱਖੇ। ਜੇ ਬੰਦਾ ਦੇਖੇ ਤਾਂ ਬੰਦਾ ਵਿਸਮਾ ਹੋ ਜਾਏ। ਮੇਰੇ ਇੱਥੇ ਬੜੇ ਪਿਆਰੇ ਅੰਕਲ ਜੀ ਲੰਬਾ ਸਮਾਂ GNE ਤੋਂ ਕਦੀ ਇੰਜੀਨੀਅਰਿੰਗ ਕਰਕੇ ਆਏ, ਇੱਥੇ ਬਾਅਦ ਵਿੱਚ ਫੋਰਡ ਦੇ 'ਚ ਐਜ਼ ਇੰਜੀਨੀਅਰ ਰਹੇ, ਫਿਰ ਪ੍ਰੋਜੈਕਟ ਮੈਨੇਜਰ ਬਣ ਗਏ। ਉਹ ਕਹਿੰਦੇ ਜਦੋਂ ਇੱਥੇ ਆਏ ਉਹਨਾਂ ਦਿਨਾਂ 'ਚ ਅਸੀਂ ਇੱਕ ਫੋਰਡ ਗੱਡੀ ਦੇ ਇੱਕ ਖਾਸ ਟਰਾਂਸਮਿਸ਼ਨ ਪ੍ਰੋਗਰਾਮ ਦੇ ਉੱਤੇ ਕੰਮ ਕਰ ਰਹੇ ਸੀਗੇ। ਕਹਿੰਦੇ ਉਹਦੇ 'ਚ ਇੱਕ ਸਾਨੂੰ ਗੋਰਾ ਇੰਜੀਨੀਅਰ ਲੀਡ ਕਰ ਰਿਹਾ ਸੀਗਾ, ਅਸੀਂ ਚਾਰ ਉਹਨੂੰ ਅਸਿਸਟ ਕਰ ਰਹੇ ਸੀਗੇ। ਅਸੀਂ ਚਾਰਾਂ ਨੇ ਬੜੀ ਮਿਹਨਤ ਕਰਕੇ ਇੱਕ ਕੁਛ ਤਿਆਰ ਕੀਤਾ, ਇੱਕ ਉਸ ਤਰੀਕੇ ਦੇ ਨਾਲ ਮਤਲਬ ਕਹਿ ਲਓ ਕਿ ਇੱਕ ਜਿਹੜਾ ਗੀਅਰ ਬਾਕਸ ਹੁੰਦਾ। ਅਤੇ ਜਦੋਂ ਅਸੀਂ ਉਹ ਕਰਕੇ ਸਾਰਾ ਦਾ ਸਾਰਾ ਟਰਾਂਸਮਿਸ਼ਨ ਉਹ ਗੀਅਰ ਬਾਕਸ ਉਸ ਰੂਪ ਦੇ ਵਿੱਚ, ਅਤੇ ਉਸ ਨੂੰ ਅਸੀਂ ਡੈਮੋਸਟ੍ਰੇਸ਼ਨ ਦਿੱਤੀ ਅਤੇ ਉਹ ਬੜਾ ਖੁਸ਼ ਹੋਇਆ। ਕਹਿੰਦਾ ਬਾਕੀ ਸਾਰਾ ਕੁਛ ਤਾਂ ਠੀਕ ਆ, ਇਹ ਵਧੀਆ ਕੰਮ ਕਰਦਾ, ਪਰ ਇੱਕੋ ਹੀ ਪ੍ਰੋਬਲਮ ਹੈ ਕਿ ਇਹਦੀ ਆਵਾਜ਼ ਬੜੀ ਹੈ, ਇਸ ਕਰਕੇ ਆਵਾਜ਼ ਘਟਾਓ ਇਹਦੀ, ਕਿਉਂਕਿ ਗੱਡੀ ਦੇ ਵਿੱਚ ਉਹਨੀ ਇੰਜਣ ਦੀ ਆਵਾਜ਼ ਨਹੀਂ ਜਿੰਨੀ ਇਹਦੀ ਆਵਾਜ਼ ਹੋਏਗੀ। ਸੋ ਆਵਾਜ਼ ਨਹੀਂ ਬਿਲਕੁਲ ਚਾਹੀਦੀ, ਆਵਾਜ਼ ਇਹਨੂੰ ਜਿਹੜਾ ਹੈਗਾ ਇਹਨੂੰ ਅਸੀਂ ਜ਼ੀਰੋ ਨੋਇਜ਼ ਕਰਨਾ ਹੈਗਾ ਦਾ। ਕਹਿੰਦੇ ਸਾਨੂੰ ਬੜਾ ਗੁੱਸਾ ਚੜਿਆ, ਹੱਦ ਹੋ ਗਈ ਵੀ ਕੈਸਾ ਇਹ ਚੀਫ ਇੰਜੀਨੀਅਰ ਹੈ ਸਾਡਾ, ਇੰਨੀ ਮਿਹਨਤ ਕੀਤੀ, ਸਭ ਕੁਝ ਕੀਤਾ। ਕਹਿੰਦਾ ਠੀਕ ਵੀ ਹੈ, ਤਾਂ ਅਸੀਂ ਤਾਂ ਕਿਹਾ ਵੀ ਫਾਈਨਲ ਪਾਸ ਕਰੇ ਤੇ ਜਿੰਦ ਛੁੱਟੇ ਸਾਡੀ ਇਸ ਰੂਪ ਦੇ, ਤੇ ਇਹ ਕਹਿੰਦਾ ਜ਼ੀਰੋ ਨੋਇਜ਼ ਕਿਵੇਂ ਕਰਾਂਗੇ। ਕਹਿੰਦਾ ਦੂਜੇ ਤਾਂ ਨਹੀਂ ਬੋਲੇ, ਮੈਂ ਬੋਲ ਪਿਆ। ਮੈਂ ਕਿਹਾ ਵੀ ਮਤਲਬ ਉਹਦਾ ਨਾਂ ਲੈ ਕੇ ਗੋਰੇ ਦਾ, ਕਿ ਤੂੰ ਕ੍ਰੇਜ਼ੀ ਹੈ। ਦੇਖਦੇ ਸਹੀ ਕਿੰਨੀਆਂ ਗਰਾਰੀਆਂ ਲੱਗੀਆਂ ਨੇ, ਕਿੰਨਾ ਕੁਛ ਇਹਦੇ 'ਚ ਜਿਹੜੇ ਘੋੜ ਮੋੜ ਪਾ ਕੇ ਗਰਾਰੀਆਂ ਪਾਈਆਂ ਨਾ ਅਸੀਂ ਸਾਰੀਆਂ, ਅਤੇ ਉਹ ਸਾਰੀਆਂ ਜਦੋਂ ਚੱਲਣਗੀਆਂ ਇੱਕ ਦੂਜੇ ਨਾਲ ਤੁਰਨਗੀਆਂ ਉਸ ਰੂਪ ਦੇ ਵਿੱਚ, ਅਤੇ ਡੈਫੀਨੇਟਲੀ ਨੋਇਜ਼ ਤਾਂ ਹੋਏਗੀ। ਅਤੇ ਉਹ ਕਹਿੰਦਾ ਮੇਰੇ ਵੱਲ ਉਹਨੇ ਗੁੱਸਾ ਨਹੀਂ ਕੀਤਾ, ਮੁਸਕਰਾ ਕੇ ਕਹਿਣ ਲੱਗਾ ਅੱਛਾ ਵੋਇਸ ਹੋਏਗੀ। ਕਹਿੰਦਾ ਪੱਕੀ ਇੰਨੀ ਤਾਂ ਨੋਇਜ਼ ਹੋਏਗੀ ਪੱਕੀ। ਕਹਿੰਦਾ ਠੀਕ ਹੈ। ਮੇਰੇ ਵੱਲ ਦੋਨੋਂ ਹੱਥ ਆਪਣੇ ਕਰਕੇ ਮੇਰੇ ਬਿਲਕੁਲ ਮੂੰਹ ਦੇ ਅੱਗੇ ਐਵੇਂ ਐਵੇਂ ਕਰਕੇ ਉਹਨੇ 15-20 ਵਾਰੀ ਕੀਤਾ। ਕਹਿੰਦਾ ਕਿੰਨੀ ਕੁ ਆਵਾਜ਼ ਆਈ ਹੈ। ਕਹਿੰਦਾ ਮੈਂ ਕਿਹਾ ਵੀ ਬਿਲਕੁਲ ਨਹੀਂ। ਕਹਿੰਦਾ ਫਿਰ ਕਹਿੰਦਾ ਜਦੋਂ ਇੱਕ ਵੱਡੀ ਇੰਜੀਨੀਅਰਿੰਗ ਫੋਰਸ ਜਿਹੜੀ ਤੈਨੂੰ ਸਿਖਾ ਰਹੀ ਸਾਰਾ ਕੁਝ, ਕਿਉਂ ਨਹੀਂ ਲਰਨ ਕਰਦਾ ਤੂੰ। ਕਹਿੰਦੇ ਮੈਨੂੰ ਅਹਿਸਾਸ ਹੋਇਆ ਵਾਕਿਆ 'ਚ ਗੱਲ ਠੀਕ, ਕਦੀ ਧਿਆਨ ਨਹੀਂ ਕੀਤਾ। ਹੈ ਕਿ ਨਹੀਂ ਕੁਦਰਤ ਦੀ ਕਮਾਲ। ਵਿਸਮਾ ਅਨਕ ਭਾਂਤ ਕਰ ਮਣੀਆਂ ਸਾਜੇ, ਕਾਚੇ ਤਾਗ ਪਰੋਈ, ਕਿਵੇਂ ਕੱਚੇ ਜਿਹੇ ਧਾਗੇ ਦੇ 'ਚ ਕਿਵੇਂ ਮੋਤੀ ਪਰੋ ਕੇ ਰੱਖੇ ਨੇ, ਕਿਸ ਤਰੀਕੇ ਨਾਲ ਫਾਈਬਰ ਅਤੇ ਕਿਸ ਤਰੀਕੇ ਨਾਲ ਸਾਰੇ ਵਿੱਚ ਹੱਡ ਤੇ ਸਭ ਚੀਜ਼ਾਂ ਲਾ ਕੇ ਬੈਠੀਆਂ। ਇਕੱਲਾ ਇੱਕ ਇੱਕ ਰੂਪ ਨੂੰ ਤੁਸੀਂ ਦੇਖੋ, ਅਨਕ ਭਾਂਤ ਕਰ ਮਣੀਆਂ ਸਾਜੇ, ਕਾਚੇ ਤਾਗ ਪਰੋਈ, ਕੱਚੇ ਜਿਹੇ ਧਾਗੇ 'ਚ ਕਿਵੇਂ ਵਿਸਮਾ ਆ ਸਾਰੇ ਦਾ ਸਾਰਾ। ਬੰਦਾ ਇਹਨੂੰ ਹੀ ਦੇਖ ਲਵੇ ਇਸੇ ਰੂਪ ਦੇ ਵਿੱਚ। ਜਿਵੇਂ ਹੋਰ ਤੁਸੀਂ ਦੇਖੋਗੇ ਬੜੇ ਧਿਆਨ ਨਾਲ ਦੇਖੋ ਕਿ ਅਸੀਂ ਘਰਾਂ ਥਾਵਾਂ ਹਾਲਾਂਕਿ ਗੈਰ ਕੁਦਰਤੀ ਜੀਵਨ ਜੀ ਕੇ ਅਸੀਂ ਆਪਣੇ ਆਪ ਨੂੰ ਆਪਣੇ ਸਰੂਪ ਨੂੰ ਆਪਣੀ ਹੋਂਦ ਨੂੰ ਬੜਾ ਨੁਕਸਾਨ ਵੀ ਪਹੁੰਚਾਇਆ ਅਤੇ ਪਹੁੰਚਾ ਵੀ ਰਹੇ ਹਾਂ ਲਗਾਤਾਰ। ਖੈਰ
देखो घरां थावां ते असीं ਜਿਹੜੀਆਂ ਹਿੰਜਸ ਹੁੰਦੀਆਂ ਨੇ, ਜਿਹਨੂੰ ਪੰਜਾਬੀ 'ਚ ਕਬਜੇ ਕਹਿੰਦੇ ਮੇਰੇ ਖਿਆਲ ਦੇ 'ਚ, ਉਹ ਡੋਰਾਂ ਨਾਲ ਲੱਗੇ ਹੁੰਦੇ ਨੇ। ਤੁਸੀਂ ਵਧੀਆ ਤੋਂ ਵਧੀਆ ਮੈਟਲ, ਵਧੀਆ ਤੋਂ ਵਧੀਆ ਮਟੀਰੀਅਲ ਦੇ ਲਿਆ ਕੇ ਲਾ ਦਿਓ ਅਤੇ ਦਰਵਾਜ਼ਾ ਕਿੰਨੀ ਕਰੀ ਖੁੱਲ੍ਹੇਗਾ, 2 4 5 10 ਵਾਰੀ ਸਵੇਰ ਤੋਂ ਸ਼ਾਮ ਤੱਕ, ਪਰ ਮਹੀਨੇ 2 ਮਹੀਨੇ ਦੇ ਅੰਦਰ ਅੰਦਰ ਉਹਦੇ 'ਚ ਆਵਾਜ਼ ਆਉਣੀ ਸ਼ੁਰੂ ਹੋ ਜਾਏਗੀ। ਤੁਹਾਨੂੰ ਉਹਨੂੰ ਲੁਬਰੀਕੇਸ਼ਨ ਦੇਣੀ ਪਏਗੀ। ਯੂ ਹੈਵ ਟੂ ਪੁੱਟ ਸਮ ਸੋਰਟ ਆਫ ਆਇਲ ਔਰ ਲੁਬਰੀਕੇਸ਼ਨ ਦੇਅਰ ਸੋ ਦੈਟ ਉਹ ਜਿਹੜਾ ਹੈਗਾ ਉਹ ਆਵਾਜ਼ ਨਾ ਆਵੇ। ਠੀਕ ਹੈ। 5 ਸਾਲ 10 12 15 ਸਾਲਾਂ ਦੇ ਵਿੱਚ ਉਹ ਹਿੰਜਸ ਖਰਾਬ ਵੀ ਹੋ ਜਾਣਗੀਆਂ, ਘਸ ਵੀ ਜਾਣਗੀਆਂ। ਅਕਸਰ ਜਿਹੜਾ ਉਹ ਕਿਤੇ ਡਿੰਗੀਆਂ ਹੋ ਜਾਂਦੀਆਂ, ਕਿਤੇ ਉਹਨਾਂ ਦੇ ਸਕਰੂ ਢਿੱਲੇ ਹੋ ਜਾਂਦੇ, ਕੁਛ ਨਾ ਕੁਛ ਹੋ ਗਿਆ ਉਸ ਰੂਪ ਦੇ ਵਿੱਚ। ਚਲੋ ਜੀ ਹੁਣ ਬਦਲੋ ਉਹਨਾਂ ਨੂੰ। ਕਿਆ ਕੁਦਰਤ ਨੇ ਕਮਾਲ ਕੀਤੀ। ਅਨਕ ਭਾਂਤ ਕਰ ਮਣੀਆਂ ਸਾਜੇ। ਆ ਸਾਡੀ ਅੱਖ ਹੈ, ਅੱਖ ਦੇ ਉੱਤੇ ਪਲਕ ਲਗਾਈ ਹੈ। ਇਹ ਮਦਰ ਨੇਚਰ ਦਾ ਇੱਕ ਨੈਚੁਰਲ ਕਹਿ ਲਓ ਕਿ ਕਲੀਨਿੰਗ ਵਾਈਪਿੰਗ ਸਿਸਟਮ ਹੈ। ਇਹਨੂੰ ਵਾਈਪ ਕਰਨ ਵਾਸਤੇ ਜਿਹੜਾ ਸ਼ੀਸ਼ਾ ਇਹਦਾ ਲੈਂਸ ਹੈ ਅੱਖ ਦਾ, ਉਸ ਰੂਪ ਦੇ ਵਿੱਚ ਇੱਕ ਉਸ ਰੂਪ ਦੇ ਅੰਦਰ ਵਾਈਪਰ ਆ। ਹੋਇਆ ਕਿ ਇਹ ਅੱਖ 1 ਮਿੰਟ ਦੇ ਵਿੱਚ ਕਈ ਵਾਰ, ਅਣਗਿਣਤ ਵਾਰ ਇਸ ਲੈਂਸ ਨੂੰ ਸਾਫ਼ ਕਰਦੀ ਹੈ ਆਪਣੇ ਆਪ, ਆਟੋ ਆਪਰੇਟਿੰਗ ਵੇ ਦੇ ਨਾਲ। ਆਪ ਅਹਿਸਾਸ ਕਰੋ, ਇਤਨੀ ਰਫਤਾਰ ਦੇ ਨਾਲ ਲਗਾਤਾਰ ਇਹ ਚੱਲਦੀ। ਤੇ ਜਨਮ ਤੋਂ ਲੈ ਕੇ ਤੁਹਾਨੂੰ ਸ਼ਾਇਦ ਹੀ ਕਦੀ ਕੋਈ ਬੰਦਾ ਮਿਲਿਆ ਹੋਇਆ, ਅੱਜ ਤੱਕ ਮੈਂ ਨਹੀਂ ਸਮਝਦਾ ਵੀ ਕਦੀ ਬੰਦਾ ਮਿਲਿਆ ਹੋਏ 80 ਸਾਲ ਦਾ, 90 ਸਾਲ ਦਾ, 100 ਸਾਲ ਦਾ, ਜਿਹੜਾ ਇਹ ਕਹੇ ਵੀ ਨਾ ਥੋੜ੍ਹੀ ਪਲਕ ਦਾ ਇਸ਼ੂ ਚੱਲ ਰਿਹਾ, ਥੋੜ੍ਹੀ ਨਾ ਜਦੋਂ ਥੱਲੇ ਉੱਤੇ ਹੋਣ ਲੱਗਦੀ ਅੜ ਜਾਂਦੀ, ਮਾੜਾ ਜਾਏ ਕਿਤੇ ਆਵਾਜ਼ ਕਰਨ ਲੱਗ ਗਈ ਹੈ ਇਸ ਕਿਸਮ ਨਾ। ਅਨਕ ਭਾਂਤ ਕਰ ਮਣੀਆਂ ਸਾਜੇ। ਮਤਲਬ ਤੁਸੀਂ ਇੱਕ ਇੱਕ ਰੂਪ ਨੂੰ ਦੇਖੋਗੇ ਤੁਹਾਨੂੰ ਪਤਾ ਲੱਗਾ ਕਿਆ ਵਿਸਮਾ ਆ। ਕਿਸੇ ਇੱਕ ਚੀਜ਼ ਨੂੰ ਦੇਖ ਲਓ। ਇਹੀ ਕਰਤਾਰ ਦੀ ਕੁਦਰਤ ਆ। ਜਿਤਨਾ ਕੁਦਰਤ ਨਾਲ ਆਤਮ ਸਾਥ ਹੋਏਗਾ ਬੰਦਾ, ਉਤਨਾ ਹੀ ਜ਼ਿਆਦਾ ਉਹਦੇ ਅੰਦਰ ਇੱਕ ਅਹਿਸਾਸ ਆਵੇਗਾ। ਅੱਜ ਗੱਲ ਕੀਤੀ ਜਾਂਦੀ ਹੈ ਮਾਈਂਡਫੁਲਨੈਸ ਹੋਣ ਦੀ। ਬੰਦਾ ਮਾਈਂਡਫੁਲ ਹੋਏ ਹਰ ਚੀਜ਼ ਬਾਰੇ, ਅਹਿਸਾਸੇ। ਅਕਸਰ ਸੋਸ਼ਲ ਮੀਡੀਆ ਵਿੱਚੋਂ ਵੀ ਚੀਜ਼ਾਂ ਅੱਜ ਕੱਲ੍ਹ ਬੜੀਆਂ ਆਉਂਦੀਆਂ, ਲੋਕ ਸ਼ੇਅਰ ਕਰਦੇ ਕਈ ਵਾਰ। ਮੈਨੂੰ ਯਾਦ ਆ ਕਿਸੇ ਨੇ ਇੱਕ ਵਾਰੀ ਮੈਨੂੰ ਇੱਕ ਵੀਡੀਓ ਕਲਿੱਪ ਭੇਜੀ। ਬੱਚਾ ਆ, ਸ਼ਾਇਦ ਕਿਸੇ ਮਿਡਲ ਈਸਟ ਜਾਂ ਅਰੇਬੀ ਕੰਟਰੀ ਦੀ ਗੱਲ ਹੋਏਗੀ, ਅਤੇ ਉਹ ਕਲਰ ਬਲਾਈਂਡ ਆ। ਆਪ ਨੂੰ ਸ਼ਾਇਦ ਪਤਾ ਹੋਏਗਾ ਕਲਰ ਬਲਾਈਂਡ ਹੋਣ ਦਾ ਮਾਇਨਾ ਕੀ ਹੁੰਦਾ, ਕਿ ਉਸਨੂੰ ਡਿਫਰੈਂਟ ਕਲਰ ਸ਼ੇਡਸ ਜਾਂ ਕਲਰ ਜਿਹੜੇ ਰੂਪ ਨੇ ਉਹ ਦਿਸਦੇ ਨਹੀਂ ਗਏ। ਆਲਮੋਸਟ ਉਹਨੂੰ 1 ਜਾਂ 2 ਕਲਰ ਹੀ ਨੇ ਜਿਹਦੇ 'ਚ ਸਭ ਕੁਝ ਦਿਸੀ ਜਾਂਦਾ। ਕਲਰ ਬਲਾਈਂਡ ਆ। ਅਤੇ ਅੱਜ ਕੱਲ੍ਹ ਉਹਦੇ ਵਾਸਤੇ ਉਸ ਕਿਸਮ ਦੇ ਗਲਾਸਿਸ ਆ ਗਏ ਨੇ ਜਿਹੜੇ ਪਾਓ ਅਤੇ ਰਾਈਟ ਵੇ ਉਹ ਤੁਹਾਡੀ ਅੱਖ ਦੇ ਲੈਂਸ ਦੀ ਹੈਲਪ ਕਰ ਦਿੰਦੇ ਨੇ। ਤੁਹਾਨੂੰ ਕਲਰ ਜਿਹੜੇ ਨੇ ਐਜ਼ ਇਟ ਇਜ਼ ਨੈਚੁਰਲ ਵੇ ਦੇ ਨਾਲ ਦਿਸਣ ਲੱਗ ਜਾਂਦੇ ਨੇ। ਉਹ ਬੱਚਾ ਹੋਣਾ ਅਰਾਊਂਡ ਕੋਈ 12 13 ਸਾਲ ਦਾ, ਅਤੇ ਅੱਜ ਉਹਦੇ ਵਾਸਤੇ ਸਪੈਸ਼ਲ ਔਡਰ ਕਰਕੇ ਉਹਦੇ ਫਾਦਰ ਨੇ ਯੂਰਪ ਤੋਂ ਇੱਕ ਚਸ਼ਮਾ ਮੰਗਾਇਆ। ਉਹਦੇ ਕੋਲ ਪਹੁੰਚਿਆ, ਅਤੇ ਜਦੋਂ ਪਹੁੰਚਿਆ ਤਾਂ ਬੜੀ ਖੁਸ਼ੀ ਦੇ ਨਾਲ ਉਸਨੇ ਇੱਕਦਮ ਫਾਦਰ ਬੈਠਾ, ਫੈਮਿਲੀ ਬੈਠੀ, ਇੱਕਦਮ ਉਹਨੂੰ ਖੋਲ੍ਹਿਆ, ਵਿੱਚੋਂ ਖੋਲ੍ਹ ਕੇ ਜਲਦੀ ਉਹਨੇ ਲਗਾਇਆ ਇੱਕਦਮ ਆਲੇ ਦੁਆਲੇ ਦੇਖਿਆ। ਮਾਈ ਗੁੱਡਨੈਸ। ਜਦੋਂ ਉਹਨੇ ਵੇਖਿਆ ਵੀ ਕਮਾਲ ਹੈ, ਮੈਂ ਤੇ ਇੰਨਾ ਕੁਝ ਮਿਸ ਕਰ ਰਿਹਾ ਸੀਗਾ, ਇੰਨੇ ਰੰਗ ਨੇ। ਉਹ ਇੱਕ ਚੀਜ਼ ਨੂੰ ਜਾ ਕੇ ਕਦੇ ਟੱਚ ਕਰਕੇ ਦੇਖਦਾ, ਕਦੀ ਕੁਝ ਦੇਖਦਾ, ਕੋਈ 3-4 ਮਿੰਟ ਐਵੇਂ ਉਹ ਬਿਲਕੁਲ ਬਾਵਲ ਹੋ ਜਾਂਦਾ, ਵਿਸਮਾ। ਫਿਰ ਵਾਪਸ ਆਉਂਦਾ ਹੈ, ਆ ਕੇ ਉਹ ਐਨਕਾਂ ਲਾ ਕੇ ਰੱਖਦਾ ਹੈ, ਆਪਣੇ ਫਾਦਰ ਨੂੰ ਕੁੱਟ ਕੇ ਜਿਹੜਾ ਹੈਗਾ ਗਲਵਕੜੀ ਪਾ ਲੈਂਦਾ, ਰੋਈ ਜਾਂਦਾ। ਹੋ ਮੈਨੂੰ ਕੀ ਵਿਖਾਤਾ ਅੱਜ ਤੂੰ। ਮੈਂ ਸੋਚਦਾ ਹਾਂ ਜਿਨ੍ਹਾਂ ਨੂੰ ਜਨਮ ਤੋਂ ਹੀ ਸਭ ਕੁਝ ਵਿਖਾ ਰਿਹਾ ਦਾਤਾ, ਕਦੇ ਅਸੀਂ ਵੀ ਸ਼ੁਕਰਗੁਜ਼ਾਰ ਹੋ ਜਾਈਏ। ਘੱਟ ਤੋਂ ਘੱਟ ਰੋਈਏ ਨਾ, ਇਹਨਾਂ ਤੇ ਕਹੀਏ ਮਾਲਕ ਤੇਰਾ ਧੰਨਵਾਦ ਆ, ਤੇਰੀ ਸ਼ੁਕਰਗੁਜ਼ਾਰੀਅਤ ਆ, ਤੂੰ ਇੰਨੇ ਸਰੂਪ ਦੇ 'ਚ ਬਖਸ਼ਿਸ਼ ਕੀਤੀ ਹੈ, ਨਵਾਜ਼ਿਸ਼ ਕੀਤੀ ਹੈ। ਇਹ ਜਿਹੜੇ ਅਹਿਸਾਸ ਨੇ, ਇਹੀ ਭਗਤੀ ਹੈ, ਇਹੀ ਬੰਦਗੀ ਹੈ। ਜੇ ਬੰਦਾ ਇਹਨਾਂ ਅਹਿਸਾਸਾਂ ਨੂੰ ਮਾਰ ਲਏਗਾ ਅੰਦਰੋਂ, ਹਕੀਕਤ ਇਹ ਹੈ ਤੁਸੀਂ ਜੋ ਮਰਜ਼ੀ ਬੰਦੇ ਨੂੰ ਪ੍ਰਾਪਤ ਕਰਵਾ ਦਿਓ, ਦੇ ਦਿਓ, ਮਿਲ ਜਾਏ, ਸਭ ਕੁਝ ਬੇਮਾਨੀ ਹੋ ਜਾਏਗਾ। ਇਹ ਚੀਜ਼ ਮਹਾਰਾਜ ਬਿਆਨ ਕਰਦੇ ਕਿ ਬੰਦੇ ਦੀ ਇੱਥੇ ਜਿਹੜੀ ਅਵਸਥਾ ਬਣਦੀ ਤ੍ਰਿਸ਼ਨਾਲੂ ਹੋਣ ਦੀ। ਤ੍ਰਿਸ਼ਨਾ ਦੀ ਇੱਕ ਐਸੀ ਹਵਸ ਦੀ ਹਾਲਤ ਜਿਹੜੀ ਹੈ, ਉਹਨੂੰ ਲੱਗ ਹੀ ਨਹੀਂ ਰਿਹਾ ਮੈਨੂੰ ਕੁਝ ਮਿਲਿਆ, ਮੈਂ ਕੁਝ ਮਾਣ ਰਿਹਾ, ਮੈਨੂੰ ਕੁਝ ਪ੍ਰਾਪਤ ਹੋਇਆ ਹੈਗਾ। ਹੁਣ ਤਾਂ ਇਹ ਲੱਗ ਰਿਹਾ ਵੀ ਬਸ ਕੁਛ ਵੀ ਨਹੀਂ। ਜਿਹਨੂੰ ਸਾਹਿਬ ਨੇ ਬਿਆਨ ਕੀਤਾ ਕਿ ਕੋਟ ਜੋੜੇ ਲਾਹ ਕਰੋਰੇ ਮਨ ਨਾ ਹੋ ਰੇ, ਪਰੇ ਹੀ ਕੋ ਲੂਝੀਏ। ਮਤਲਬ ਲੁੱਝ ਰਿਹਾ ਬੰਦਾ, ਤੇ ਜੋ ਚੀਜ਼ ਮਿਲ ਰਹੀ ਉਹ ਤੋਂ ਹੋਰ ਪਰੇ ਹੋ ਰਿਹਾ, ਤੇ ਕੁਝ ਐਸੇ ਸੰਸਾਰ ਨੂੰ ਲੱਭ ਰਿਹਾ ਜਿਹੜਾ ਸੰਸਾਰ ਪਤਾ ਨਹੀਂ ਕਿੱਥੋਂ ਉਹਨੂੰ ਮਿਲੇਗਾ ਆ ਕੇ, ਜਿਹੜਾ ਨੂੰ ਖੁਸ਼ੀ ਦੇਵੇਗਾ, ਸੁੱਖ ਦੇਵੇਗਾ।
ਜਿਹਨੂੰ ਸੰਸਾਰ ਦੇ 'ਚ ਜੀਵਨ ਜੀਂਦਿਆਂ ਹੋਇਆ ਆਪ ਹੋਰ ਸਰਲ ਕਰੋ। ਅਸੀਂ ਇੱਥੇ ਮੈਂ ਆਪਣੇ ਕਾਉਂਸਲਿੰਗ ਪ੍ਰੋਗਰਾਮਸ ਦੀ ਜੇ ਗੱਲ ਕਰਾਂ ਤਾਂ ਸਾਡੇ ਇੱਥੇ ਹੁੰਦਾ ਕਿ ਕੁਝ ਇਹੋ ਜਿਹੇ ਪ੍ਰੋਗਰਾਮ ਸਾਡੇ ਉਹ ਕਰਾਉਂਦੇ, ਜਿਵੇਂ ਸਪੋਜ਼ ਕਰੋ ਕਿ ਅਸੀਂ ਕੋਈ ਕਲਾਸ ਵਿੱਚ ਹੈਗੇ ਆ ਅਤੇ ਸਾਡਾ ਬਹੁਤ ਹੰਗੇਰੀਅਨ ਜਿਊ ਪ੍ਰੋਫੈਸਰ ਹੈ, ਅਤੇ ਉਹ ਕਹੇਗਾ ਓਕੇ ਇੱਕ ਕੰਮ ਕਰੋ ਮੇਰੇ ਨਾਲ ਨਾ, ਹੁਣ ਜਿਵੇਂ ਜਿਵੇਂ ਮੈਂ ਕਹਿੰਦਾ ਉਵੇਂ ਬਰੀਥਿੰਗ ਐਕਸਰਸਾਈਜ਼ਸ ਕਰੋ, ਲੰਮਾ ਸਾਹ ਖਿੱਚੋ, ਇਸ ਤਰੀਕੇ ਦੇ ਨਾਲ ਸਾਹ ਮਹਿਸੂਸ ਕਰੋ, ਹਵਾ ਜਾਂਦੀ ਹੋਈ ਨੱਕ ਵਿੱਚੋਂ, ਇਸ ਰੂਪ ਦੇ ਵਿੱਚ ਇਨਹੇਲ ਕਰੋ ਲੰਮਾ। ਹੁਣ 2 ਪਲ ਲਈ ਸਾਹ ਰੋਕੋ ਇੱਥੇ, ਹੁਣ ਹੌਲੀ ਹੌਲੀ ਕਰਕੇ ਐਕਸੇਲ ਕਰੋ ਇਸ ਨੂੰ। ਹੁਣ ਮੇਰੇ ਨਾਲ ਸੋਚੋ, ਹੈ ਨਹੀਂ ਕਮਾਲ? ਕਹਿੰਦਾ ਇਸ ਸਾਰੀ ਕਾਇਨਾਤ ਵਿੱਚੋਂ ਆਕਸੀਜਨ ਇਨਹੇਲ ਕੀਤੀ ਅਸੀਂ, ਕਿਆ ਸਿਸਟਮ ਬਣਾਇਆ ਕੁਦਰਤ ਨੇ। ਇਹ ਆਕਸੀਜਨ ਲੰਗਸ ਵਿੱਚ ਗਈ, ਲੰਗਸ ਵਿੱਚ ਜਾ ਕੇ ਸਿੱਧੀ ਬਲੱਡ ਸਟਰੀਮ ਦੇ ਵਿੱਚ ਜ਼ਿੰਦਗੀ 'ਚ ਕਨਵਰਟ ਹੋ ਗਈ, ਸਿੱਧੀ ਜਾ ਕੇ ਜ਼ਿੰਦਗੀ 'ਚ ਕਨਵਰਟ ਹੋ ਗਈ। ਜੋ ਕੁਝ ਅੰਦਰ ਹੁਣ ਤੱਕ ਅੰਦਰ ਗਿਆ ਸੀਗਾ, ਜਿਹਦੇ ਵਿੱਚੋਂ ਜ਼ਿੰਦਗੀ ਸਾਰੀ ਲੈ ਲਈ ਬਲੱਡ ਨੇ, ਉਹ ਸਾਰਾ ਲੰਗਸ ਨੇ ਚੱਕ ਕੇ ਬਾਹਰ ਰੱਖ ਦਿੱਤਾ। ਲੈ ਫੜ, ਕਹਿੰਦਾ ਕਿਆ ਕਮਾਲ ਹੈ, ਕਿੱਡੀ ਵੱਡੀ ਕਿਰਿਆ ਹੋ ਰਹੀ ਹੈ, ਅਸੀਂ ਇਹਨੂੰ ਵਿਟਨੈਸ ਕਰ ਰਹੇ ਹਾਂ। ਹੋਰ ਕੀ ਇੰਜੋਇਮੈਂਟ ਲੱਭੋਗੇ ਤੁਸੀਂ? ਤੁਹਾਡੇ ਸਾਹਮਣੇ ਤੇ ਐਡਾ ਵੱਡਾ ਕਾਰਗੁਜ਼ਾਰੀ ਹੋ ਰਹੀ ਹੈ, ਐਡਾ ਵੱਡਾ ਕਾਰਜ ਹੋ ਰਿਹਾ ਹੈਗਾ। ਆਹ ਰੂਪ ਹੈ। ਜਦੋਂ ਅਸੀਂ ਕਹਿੰਦੇ ਨਾ ਕਿ ਸਟੇ ਇਨ ਪ੍ਰੈਜ਼ੈਂਟ, ਹੁਣ ਵਿੱਚ ਰਹੋ, ਕਿਵੇਂ ਰਵਾਂਗਾ? ਇਹਨਾਂ ਚੀਜ਼ਾਂ 'ਚ ਰਹੇਗਾ। ਜਦੋਂ ਇਹਨੂੰ ਵਿਟਨੈਸ ਕਰੇਗਾ, ਜ਼ਿੰਦਗੀ ਘਟਤ ਹੋ ਰਹੀ ਹੈ। ਲਾਈਫ ਇਜ਼ ਹੈਪਨਿੰਗ ਮੂਵਮੈਂਟ ਬਾਏ ਮੂਵਮੈਂਟ ਟੂ ਅਸ ਐਂਡ ਵੀ ਆਰ ਨੋਟ ਵਿਟਨੈਸਿੰਗ ਇਟ, ਵੀ ਆਰ ਨੋਟ ਇੰਜੋਇੰਗ ਇਟ। ਅਸੀਂ ਡੈਡ ਪੱਥਰ ਥੋੜ੍ਹਾ ਅਸੀਂ। ਇਹ ਅਹਿਸਾਸ ਮਹਾਰਾਜ ਕਹਿੰਦੇ ਜਦੋਂ ਲੈ ਕੇ ਆਏਗਾ, ਕੁਦਰਤ ਤੇਰੀ ਬਿਸਮਾ, ਇਹ ਕੁਦਰਤ ਤੈਨੂੰ ਬਿਸਮਾਦ ਕਰ ਦੇਗੀ। ਫਿਰ ਇੱਥੇ ਜਾ ਕੇ ਕੋਈ ਹੋਰ ਕੋਈ ਮਿਸਟਿਕ ਚੀਜ਼ ਨਹੀਂ ਤੈਨੂੰ ਚਾਹੀਦੀ ਵੱਡੀ, ਨਾ ਇਹੀ ਬਹੁਤ ਆ। ਤੇ ਤੂੰ ਅਚਰਜ, ਤੇ ਜਿਹੜਾ ਇਹ ਸਭ ਕਾਸੇ ਨੂੰ ਚਲਾਉਣ ਵਾਲਾ ਆ ਉਸ ਨੂੰ ਤੂੰ ਅਚਰਜ ਕਿਹਾ। ਵੀ ਤੇਰੀ ਵਡਿਆਈ ਤਾਂ ਅਸੀਂ ਬਿਆਨ ਨਹੀਂ ਕਰ ਸਕਦੇ, ਜਿਸ ਨੂੰ ਪਹਿਲੇ ਸ਼ੁਰੂਆਤ 'ਚ ਆਪਾਂ ਬਾਤ ਕੀਤੀ ਕਿ ਸਾਡੇ ਕੋਲ ਤਾਂ ਐਬਿਲਿਟੀ ਨਹੀਂ, ਇੱਕ ਜੀਅ ਨਾਲ ਅਸੀਂ ਤੈਨੂੰ ਇੱਕ ਜੀਭ ਨਾਲ ਕੀ ਵਿਖਾਣਾਂਗੇ ਤੇ ਕੀ ਬਿਆਨ ਕਰਾਂਗੇ। ਰਹਾਉ ਦਾ ਬੰਦ ਆ। ਸ਼ੁਰੂਆਤੀ ਮਹਾਰਾਜ ਨੇ ਬਚਨ ਲਿਖਿਆ, ਤੂੰ ਜਾਣਾ ਹੈ ਤਾਂ ਕੋਈ ਜਾਣਾ ਹੈ, ਤੂੰ ਜਾਣਾ ਹੈ ਜੇ ਤੂੰ ਕਿਸੇ ਨੂੰ ਇਸ ਜਾਣਨ ਦੇ ਸਮਰੱਥ ਬਣੇ ਤਾਂ ਤੇ ਕੋਈ ਜਾਣੇ। ਫਿਰ ਇੱਥੇ ਬਾਤ ਆਈ ਕਿ ਇਹ ਵੀ ਆਪਾਂ ਅਕਸਰ ਬਾਤ ਕਰਦੇ ਹਾਂ, ਜੇ ਅੱਜ ਕੱਲ੍ਹ ਨਿਊਰੋ ਸਾਇੰਸਿਸ ਵਿੱਚ ਆ ਜਾਈਏ, ਸਾਡਾ ਜਿਹੜਾ ਬ੍ਰੇਨ ਆ ਅਤੇ ਬ੍ਰੇਨ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਸਾਰੇ ਦੀਆਂ ਸਾਰੀਆਂ, ਦੇਖੋ ਗੱਲ ਇਹ ਹੈ ਬਦਲਦੀ ਦੁਨੀਆ ਦੇ ਵਿੱਚ ਸਾਨੂੰ ਬਹੁਤ ਆਪਣੇ ਆਪ ਨੂੰ ਐਜੂਕੇਟ ਕਰਨ ਦੀ ਲੋੜ ਹੈ। ਅਦਰਵਾਈਜ਼ ਸਾਡੀ ਜਿਹੜੀ ਬੜੀ ਸੁਪਰਫਿਸ਼ੀਅਲ ਜੀ ਅੰਡਰਸਟੈਂਡਿੰਗ ਹੈ ਨਾ ਚੀਜ਼ਾਂ ਬਾਰੇ, ਹਰ ਈਵਨ ਆਪਣੇ ਆਪ ਬਾਰੇ, ਆਲੇ ਦੁਆਲੇ ਬਾਰੇ, ਉਹ ਸਾਨੂੰ ਬਹੁਤ ਪਰੇਸ਼ਾਨ ਅਤੇ ਬੇਜ਼ਾਰ ਕਰੇਗੀ। ਜਿਵੇਂ ਸਪੋਜ਼ ਬੱਚੇ ਨੇ ਸਾਡੇ, ਬੱਚਿਆਂ ਤੋਂ ਅਸੀਂ ਬੜੀਆਂ ਐਕਸਪੈਕਟੇਸ਼ਨਸ ਕਰਦੇ ਹਾਂ ਕਿ ਇਹਨਾਂ ਦਾ ਬਿਹੇਵੀਅਰ ਇਸ ਤਰ੍ਹਾਂ ਹੋਏ, ਇਸ ਤਰ੍ਹਾਂ ਹੋਏ, ਇਹ ਸਭ ਚੀਜ਼ਾਂ ਹੋਏ। ਹਕੀਕਤ ਇਹ ਹੈ ਕਿ ਇਹ ਵੀ ਵਿਚਾਰੇ ਡਿਪੈਂਡੈਂਟ ਨੇ ਆਪਣੇ ਬ੍ਰੇਨ ਦੀ ਐਬਿਲਿਟੀ 'ਤੇ। ਹੁਣ ਕੁਛ ਚੀਜ਼ਾਂ ਦੀ ਅਸੀਂ ਤਵੱਕੋਂ ਕਰਦੇ ਹਾਂ, ਮਦਰ ਨੇਚਰ ਨੇ ਅਜੇ ਉਹ ਦਿੱਤੀਆਂ ਨਹੀਂ ਇਹਨਾਂ ਨੂੰ, ਅਸੀਂ ਇਹਨਾਂ ਨੂੰ ਜੱਜ ਕਰੀ ਜਾਂਦੇ ਹਾਂ। ਇਹ ਅੰਡਰਸਟੈਂਡ ਕਰ, ਇਹ ਸਮਝ ਨਹੀਂ ਪਾਉਂਦੇ, ਕਰਦੇ ਹੱਦ ਹੋ ਗਈ, ਇਹ ਸਾਡੇ 'ਤੇ ਕਿਉਂ ਇੰਨਾ ਬੋਝ ਪਾਈ ਜਾਂਦੇ ਨੇ। ਐਕਚੁਅਲੀ ਹੋਇਆ ਕਿ ਜਿਹੜੀ ਸਾਡੀ ਫੂਡ ਚੇਨ ਆ, ਇਹਨੇ ਬਹੁਤ ਗੜਬੜ ਕਰ ਦਿੱਤੀ। ਮੋਸਟਲੀ ਜਿਹੜਾ ਫੂਡ ਆ ਉਹ ਹਾਰਮੋਨ ਐਡਿਡ ਹੈਗਾ। ਜਿਵੇਂ ਡੈਰੀ ਪ੍ਰੋਡਕਟ ਲੈ ਲਓ, ਜਾਂ ਜਿਹੜੇ ਲੋਕ ਪੋਲਟਰੀ ਵਗੈਰਾ ਲੈਂਦੇ ਹੈਗੇ ਨੇ ਅਤੇ ਮੀਟ ਪ੍ਰੋਡਕਟ ਵਗੈਰਾ ਲੈਂਦੇ ਹੈਗੇ ਨੇ, ਉਹਦੇ ਵਿੱਚ ਜਿਹੜਾ ਸਾਡਾ ਵੈਜੀਟੇਬਲ ਸਾਈਡ ਆ ਸਾਰੇ ਦੀ ਸਾਰੀ, ਫਰੂਟ ਸਾਈਡ ਆ, ਇਹਦੇ 'ਚ ਕੈਮੀਕਲਸ ਬਹੁਤ ਨੇ। ਸੋ ਇਸ ਸਾਰੇ ਦੇ ਨਾਲ ਕੁਛ ਚੀਜ਼ਾਂ ਇਸ ਕਿਸਮ ਦੇ ਨਾਲ ਹੋਈਆਂ, ਸਾਡੇ ਜਿਹੜਾ ਖਾਸ ਕਰਕੇ ਸਰੀਰ ਦੇ ਇਹਦੇ ਕੈਮੀਕਲ ਇੰਬੈਲੈਂਸ ਹੋਣੇ ਸ਼ੁਰੂ ਹੋ ਗਏ। ਹੁਣ ਜਿਹੜੀ ਪੋਵਰਟੀ ਹੈ ਉਹ ਬਹੁਤ ਅਰਲੀ ਹੋ ਗਈ ਹੈ। ਜਿਹੜੀ ਬ੍ਰੇਨ ਦੇ ਵਿੱਚ ਇੱਕ ਮੈਚਿਓਰਿਟੀ ਗ੍ਰੇ ਪਾਰਟ ਹੁੰਦਾ, ਇੱਕ ਖਾਸ ਕਿਸਮ ਦਾ ਹਿੱਸਾ ਹੁੰਦਾ ਜਿਹੜਾ ਸਾਡੇ ਰੈਸ਼ਨਲ ਮਾਈਂਡ ਨੂੰ ਸਪੋਰਟ ਕਰਦਾ, ਉਹ ਡਿਲੇ ਹੋ ਗਿਆ। ਹੁਣ ਹਾਲਤ ਇਹ ਬਣ ਗਈ, ਹਾਰਮੋਨਸ ਪਹਿਲਾਂ ਜਿਹੜੇ ਨੇ ਉਹ ਇੱਕ ਤਰ੍ਹਾਂ ਦੇ ਨਾਲ ਐਕਸਲੇਟ ਹੋਣੇ ਸ਼ੁਰੂ ਹੋ ਗਏ। ਜਿਸ ਮੈਚਿਓਰਿਟੀ ਨੇ ਸੈਂਸ ਦੇਣੀ ਸੀਗੀ ਸਾਰੇ ਕਾਸੇ ਨੂੰ ਸਮਝ ਕੇ ਤੇ ਜ਼ਿੰਦਗੀ ਦੇ ਬਿਹੇਵੀਅਰ ਨੂੰ ਕੰਟਰੋਲ ਕਰਨ ਵਾਸਤੇ, ਉਹ ਹੋਰ ਡਿਲੇ ਹੋ ਗਈ। ਵਿਚਲਾ ਪਾਰਟ ਵੱਧ ਗਿਆ। ਉਸ ਵਿਚਲੇ ਸਮੇਂ ਦੇ ਵਧਣ ਦੇ ਨਾਲ ਵਿਚਾਰੇ ਬੱਚੇ ਉਹ ਗਵਾਚ ਗਏ, ਲੋਸਟ ਹੋ ਗਏ।
फैमिलीज़ दे कोल इन्नी एबिलिटी नहीं डील कर सकण ਉਹਨੂੰ। ਉਹ ਸਾਰੇ ਦੇ ਨਾਲ सोसाइटी की हालत देखो कि बनती लगी जा रही है। मेरी छोटी जी बेनती कर लगा सी, हुण साडा ब्रेन आ ਇਹਦੇ ਵਿੱਚ ਜਿਹੜੇ ਸਾਡੇ ਨਿਊਰੋਨਸ ਨੇ, ਨਿਊਰੋ ਟਰਾਂਸਮੀਟਰਸ ਜਿਨ੍ਹਾਂ ਨੂੰ ਕਹਿੰਦੇ ਹਾਂ ਅਸੀਂ, ਉਹਨਾਂ ਨੇ ਸਾਡੇ ਸਾਰੇ ਅੰਦਰ ਨੂੰ ਚਲਾਉਣਾ ਆ। ਸਾਡੇ ਅੰਦਰ ਦੀ ਜਿਹੜੀ ਸ਼ਕਤੀ ਹੈ, ਸਪੋਜ਼ ਕਰੋ ਤੁਸੀਂ ਰਾਤ ਨੂੰ ਸੌਣ ਲੱਗਿਆ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਮੈਂ ਸਵੇਰੇ ਸਮੇਂ ਨਾਲ ਉੱਠਣਾ ਤੇ ਉੱਠ ਕੇ ਚਲੋ ਨਿਤਨੇਮ ਕਰਨਾ ਹੈ, ਜਾਂ ਅੱਜ ਕੱਲ੍ਹ ਕੋਈ ਬੁੱਕ ਪੜ੍ਹਨੀ ਹੈ, ਜਾਂ ਬੱਚੇ ਨੇ ਕਿਹਾ ਕਿ ਆਈ ਵਿਲ ਸਟੱਡੀ ਟੁਮਾਰੋ ਮੋਰਨਿੰਗ, ਠੀਕ ਹੈ ਜੀ। ਉਹਨੇ ਗੱਲ ਆਪਣੇ ਆਪ ਨੂੰ ਦੱਸੀ, ਸੋ ਗਿਆ। ਸਵੇਰੇ ਜਦੋਂ ਅੱਖ ਖੁੱਲ੍ਹੀ, ਟਾਈਮ ਹੋਇਆ, ਅੰਦਰੋਂ ਇੱਕਦਮ ਖਿਆਲ ਆਇਆ, ਛੱਡ ਪਰਾਂ, ਨਹੀਂ ਪੜ੍ਹਨਾ ਨਹੀਂ ਹੈਗਾ, ਉੱਠਣਾ ਨਹੀਂ ਹੈਗਾ। ਹੁਣ ਉੱਥੇ ਕੀ ਕਰੋਗੇ ਤੁਸੀਂ? ਸ਼ਾਮੀ ਕਿਹਾ ਸੀਗਾ ਉੱਠਾਂਗਾ ਕਰਾਂਗਾ, ਸਵੇਰੇ ਥਾਟ ਬਦਲ ਗਿਆ, ਸਵੇਰੇ ਥਾਟ ਨੇ ਕਹਿ ਤਾ ਨਹੀਂ ਪੜ੍ਹਨਾ ਨਹੀਂ, ਉੱਠਣਾ ਨਹੀਂ ਹੈਗਾ। इसदे विच जिहड़ा फर्क पिया, फर्क कित्थे पिया? फर्क इत्थे पै गया कि एक खास किस्म के साडे जिहड़े रिसैप्टर्स ने, न्यूरो ट्रांसमीटर्स, जिन्हां ने मैसेज नूं रिसीव करना है, कीप करना है, तो कल्ला रिसीव तो कीप करना नहीं गा, बल्कि उन्होंने अगे उसनूं साडे सारी बॉडी की एनर्जी च डिलीवर करना है, कुछ करने वास्ते, जिन्हों असीं विल पावर जनरेट करनी कहने, इच्छा शक्ति। जे वो छोटा जिहा न्यूरो ट्रांसमीटर अपना काम नहीं करेगा, रिसैप्टर जिहड़ा आ, तुसीं कुछ नहीं कर सकते। इत्थे जाके बंदा असमर्थ है। कोई साडे कोल कैमिकल नहीं, कोई पिल नहीं, कोई टीका नहीं, कोई दवाई नहीं, नथिंग, कुछ भी नहीं, जिहड़ा बंदे नूं स्पैसीफिकली दे दिता जाए, इहदे ब्लड च पा दिता जाए, इहदे मोटैबलिज्म च कुछ दवाई खाण नूं दे दिओ ताकि उहदे नाल ओह चीज़ ना, ये सारी कुदरत की अपनी खेड है। जे वो तरस करे तो रिसैप्टर्स जिहड़े ने वो मैसेज रिसीव करनगे, जो तरस ना करे तो मैसेज रिसीव नहीं करनगे। ये न्यूरो साइंटिस्ट मनते हैं। वो कह रहे हैं इत्थे जाके असी असमर्थ हाँ बिल्कुल। आड़ा बचन गुरु साहब लिखे ने, गुरु अर्जन साहब, तू जाना है ता कोई जाना, जे तू तरस करेगा, तू ही रव रहे साडे विच, तू ही चार चपेरे रव रहे हैं, इत्थे जाके फिर होर कुछ भी नहीं आउंदा, सिजदा ही आउंदा, मत्था टेकना ही आउंदा। अल्लाह दा तरस करे मत्थे ते। क्या तू जाना है ता कोई जाना है, तेरा दिया नाम विखाना है, तेरा दिया नाम, नाम दी दात, नाम दा मतलब एक्चुअली लै लो विजनरी बना देना, सानू सोची वाला बना देना, सोच वाला बना देना। जे दाता तरस करेगा, तेरी दिती हुई दात विजन वाला जिहड़ा हिस्सा आ, तां वखान कर पावांगा, तां अपने आप नूं सही पासे लै जा सकांगा, तां किसी दी मदद कर सकांगा। अगला बचन लिखिया साहब ने, क्या तुद आपे कारण आपे करना, तू ही करन वाला है, तू ही होण वाला है। एक्चुअली साडा अपना आपा दे विचों माइनस ही हो जाता एक लैवल ते जाके। जिन्ना बंदा अपने आप नूं डूअर समझेगा भी यस आई एम द डूअर, आई कैन डू, मैं करता भाव दे विच आवांगा, मैं तंग हो जाऊंगा, मैं लंबा नहीं जा सकांगा। जो लोग बहुत करते भाव विच जांदे ना, जे ते चीज़ां प्लान दे अकॉर्डिंगली हुंदियां जाण, फिर हंकार वधी जांदा है। जो प्लान दे अकॉर्डिंगली नहीं हुंदे, फिर बंदे च उदासी वध जांदी है, फिर बंदा बिल्कुल जिहड़ा उदास हो जाता। तो अक्सर लोग अपने आप को जज करते मिल जाते हैं। जिन्हें मैं सिंपल एग्जाम्पल च पावां तो मैनूं याद आ काफ़ी साल पहला विजन TV ते असीं प्रोग्राम अक्सर करते हुंदे आ, तो प्रोग्राम किया कुछ रिलेशनशिप ते मैंटल हैल्थ के उत्ते सीगा, ते मैनूं प्रेरीज तो कॉल आ गई, माँ सीगी, बड़ा रोई जा रही है कॉल करके। मैं क्या भी संभाल लो अपने आप नूं, मैनू फोन नंबर दे दिओ, जो तुसीं ठीक फील करोगे आप कॉल कर लियो, नहीं तो मैनू कह दिओ मैं कॉल कर लाँगा। क्योंकि निरे हुण तुहाडे इमोशनल होने नाल ते गल नहीं होनी, गल करोगे तो गल होएगी फोन ते, मैं तो जानदा ही नहीं की गल आ। खैर उन्हें हौसला करके बात ये की, बच्ची सी, बच्ची का इशू सीगा, ते जिंदगी खराब हो गई, ओदी नशियां च लग गई है सारे। तुहानू कॉल इस करके कर रही हाँ कि मेरा जी करदा मैं मर जावां, जिंदगी खराब हो गई,
करता मैं ना, मैं करने वाला, तो मेरे तो ठीक नहीं होया कुछ। सो मैं जिहड़ा आ मैनू तो मर जाना चाहिए, मैं मर जाना है बस, मैं तुहानूं दस दिता मैनू तो मर जाण नूं जी करदा। खैर वो जो ये बात कही तो मैं उन्होंने जवाब कहा, मैं क्या जी बिल्कुल ठीक गल है, तुहानूं वाकई च मर जाना चाहिए, ये कोई शक है ही नहीं गा। क्योंकि तुसीं उहनूं शराब पियाण लाया, तुसीं उहनूं माड़ी संगत च पाया, तुसीं उहनूं इस वो नहीं भाई साहब तुसीं समझे नहीं, मैं शराब नहीं, मैं तो डकदी सी भाई साहब, साडे ते घर च कोई नहीं पींदा, मैं तो उहनूं बुरी संगत, मैं तैनूं चंगी संगत, तो फिर मैं क्या तुसीं क्यों मर जाना, दसो मैनूं। जो तू ये सारा कुछ किया नहीं तो तू क्यों मरना। हकीकत यह है जिस चीज़ नूं मारना है वो मारो, जिहड़ी रिजैक्शन आ, जिहड़े लोग आले दुआले गल्लां करदे ने उस तो मरो, वो बड़ा औखा है। क्योंकि गल तो यह सी हंकार वधदा, लोग तारीफ करते सारा कुछ, हुण नहीं मिल रहा, हुण मरन नूं जी करदा, मारना तो हंकार, मारो जियो संसार दे विच, मनो एक्सैप्ट करो इस चीज़ नूं, करते दी खेड है। हाँ जी दूसरी गल मैनू पुछ के करना चाहो तो ये करो, अपनी हैल्थ ठीक करो, फिजिकल हैल्थ ठीक करो, घर का माहौल ठीक करो, वो बच्चे तक संदेश पहुँचाओ, बेटा कभी किसी चीज़ की लोड़ हो घर के दरवाजे खुले ने, पर हाँ कुछ असूल ने उन्होंने पालदे होया ही घर दे विच, फिर एक चंगेरी जिंदगी जीआंगे। खैर वो बाय चांस करतारी खेड हुई किते उस रूप दे वो आखे लग गए, सारी बात उस रूप हो गई। मेरे ख्याल 2-2.5 साल परता है बच्चा भी, ऐसा ही होता। इत्थे साहब कहते सच है तुद आपे कारण आपे करना, असी कौन होंगे करन कराने वाले, वो आप ही आप ते है। जिन्ना तू उस फ्लो नूं फॉलो करेगा ना उन्ना ही तेरी जिंदगी बैटर होएगी। क्या हुक्मे जम्मन हुक्मे मरना, बाकी असी हुक्म बनाने वाले नहीं, हुक्म मनन वाले हैं। जो दा हुक्म आ उसनूं कोई टाल नहीं सकता। नाम तेरा मन तन आधारी, मेरे मन का मेरे तन का आधार तेरा नाम हो गया दाता, नानक दास बख्शीश तुम्हारी। ये नानक दास तो हुणे समझदा आ बस सब कुछ तेरी बख्शीश ही है। तो बख्शीश बड़ा प्यारा शब्द है, तुसीं समझदे हो, किसी नूं तरस करके टिप दे देनी, लै फड़। एक्चुअली ये सब कुछ मालक दा तरस है, उहदी टिप है, उहदी बख्शीश आ, उहदी नवाजिश आ। गुरु साहब गुरु अर्जन साहब ये गल कह रहे हैं, आप सोचो सानू किवें सोचना चाहिए है। जो गुरु अर्जन साहब सरीखी रूह एवं मनदी है तो सानू तो फिर मनन लग्या कोई परहेज नहीं ना होना चाहिए, सानू तो होना चाहिए बाबा वाकया जी ये तेरी बख्शीश है, जिवें तू चलाए उवें चलांगे। इसे रूप दे विचों फिर तू अचरज कुदरत तेरी बिस्मा, फिर कुदरत विस्माद करेगी। फिर जीवन वाकया च हर पल जिहड़ा हैगा बंदे नूं नशाएगा, बंदा एक उस लैवल ते अपने जीवन नूं मान सकेगा। साहब रहमत करन इन्हां आलमी संदेशां चों असीं प्रेरणा लईए, गुरमतीए होईए। इन्नियां क बिनतियां नाल खिमा भुलां गलतियां ना चितारिओ। सब प्रेम आवाज़ दे के कहना जी वाहिगुरू जी का खालसा वाहिगुरू जी की फतेह।